ਤਲਖ ਸਚਾਈ ਇਹ ਹੈ ਕਿ ਅਜੇ ਸਾਡੇ ਹੱਥ ਸਿਰਫ ਪੂਛ ਆਈ ਹੈ, ਅਜੇ ਹੱਥ ਹੀ ਰਹਿੰਦਾ ਹੈ। ਸਾਹਿਬ ਪੂਛ ਹੀ ਅੜ ਜਾਂਦੀ ਹੁੰਦੀ ਹੈ, ਉਹ ਪਹਿਲਾਂ ਹੱਥ ਜਾ ਗਈ ਚੰਗੀ ਗੱਲ ਹੈ। ਵਿੱਚ ਨਾ ਬੋਲਿਆ ਕਰੋ, ਪਲੀਜ਼ ਵਿੱਚ ਨਾ ਬੋਲਿਆ ਕਰੋ। ਨਹੀਂ ਸ਼ੁਰੂ ਹੀ ਪੁੱਠੇ ਪਾਸੇ ਤੋਂ ਕੀਤਾ, ਪੂਛ ਤੋਂ ਸ਼ੁਰੂ ਕੀਤਾ, ਮੇ ਹੱਥ ਹੀ ਰਹਿੰਦਾ ਹੈ, ਉਧਰੋਂ ਸ਼ੁਰੂ ਕਰਨਾ ਸੀਗਾ। ਜਿਹੜਾ ਉਹ ਯੈਸ ਨੋ ਦੇ ਉੱਤੇ ਆਣ ਕੇ ਗੱਲ ਰੁਕ ਗਈ ਸੀ, ਅੱਜ ਉਹ ਯੈਸ ਨੋ ਤੋਂ ਅੱਗੇ ਵੱਧ ਕੇ ਕੁਝ ਨਾ ਕੁਝ ਹੱਲ ਨਿਕਲਣੇ ਪਾਸੇ ਅਸੀਂ ਤੁਰੇ ਹਾਂ। ਕਿੰਨਾ ਹੋਰ ਇਮਤਿਹਾਨ ਕੇਂਦਰ ਸਰਕਾਰ ਲਏਗੀ ਕਿਸਾਨਾਂ ਦਾ ਇਹਨਾਂ ਮੁੱਦਿਆਂ ਤੇ, ਕਿਉਂਕਿ ਇਹਨਾਂ ਮੁੱਦਿਆਂ ਦੀ ਸਹਿਮਤੀ ਵਗੈਰ ਲੱਗਦਾ ਹੈ ਕਿਤੇ ਗੱਲ ਬਣਨੀ ਨਹੀਂ। ਢਿੱਲੋਂ ਸਾਹਿਬ ਦੋ ਵੱਡੇ ਖਦਸ਼ੇ ਜਿਹੜੇ ਸੀਗੇ ਉਹ ਕਿਸਾਨਾਂ ਨੇ ਪ੍ਰਗਟ ਕੀਤੇ ਸੀ ਆਪਣੇ ਭਰਾਵਾਂ ਨੇ, ਉਹਨਾਂ ਦੇ ਉੱਤੇ ਉਹਨਾਂ ਦਾ ਹੱਲ ਕੱਢਿਆ ਗਿਆ ਵੀ ਪਰਾਲੀ ਸਾੜਨ ਦੇ ਮਾਮਲੇ 'ਚ ਜਾਂ ਹੋਰ ਉਹਦੇ ਵਿੱਚ ਕਿਸਾਨਾਂ ਦੇ ਉੱਤੇ ਕੋਈ ਜਿਹੜਾ ਹੈ ਉਹ ਨਹੀਂ ਲਾਇਆ ਜਾਵੇ। ਇਹ ਇੱਕ ਡਿਮਾਂਡ ਸੀਗੀ ਕਿ ਕੋਈ ਜੁਰਮਾਨਾ ਨਾ ਲਾਇਆ ਜਾਵੇ। ਉਸ ਗੱਲ ਦੇ ਉੱਤੇ ਸਰਕਾਰ ਐਗਰੀ ਕਰ ਗਈ ਹੈ। ਗਵਰਨਮੈਂਟ ਨੇ ਉਹਦੇ ਤੇ ਵੀ ਗਰੰਟੀ ਦਿੱਤੀ ਹੈ ਕਿ ਗਵਰਨਮੈਂਟ ਜਿਹੜੀ ਵੀ ਅਗਲਾ ਆਉਣ ਵਾਲਾ ਸਮੇਂ ਦੇ ਵਿੱਚ ਬਿਜਲੀ ਦਾ ਆਏਗਾ ਉਹਦੇ ਵਿੱਚ ਸਬਸਿਡੀਆਂ ਉਵੇਂ ਜਾਰੀ ਰਹਿਣਗੀਆਂ। ਇਹ ਲੋਕਲ ਜਿਹੜੀਆਂ ਸਾਡੀਆਂ ਸਟੇਟ ਗਵਰਨਮੈਂਟਸ ਨੇ ਉਹਨਾਂ ਨੂੰ ਇਸ ਬਾਰੇ ਕਲੀਅਰ ਇੰਸਟਰਕਸ਼ਨ ਕਰ ਦਿੱਤੀ ਜਾਏਗੀ। ਔਰ ਮੈਂ ਵਾਰ-ਵਾਰ ਕਹਿਣਾ ਕਿ ਸਰਕਾਰ ਦੇ ਉੱਤੇ ਭਰੋਸਾ ਰੱਖੋ। ਸਰਕਾਰ ਕਿਸਾਨਾਂ ਦੀ ਹਿਤੈਸ਼ੀ ਹੈ, ਕੋਈ ਕਿਸਾਨਾਂ ਦੇ ਵਿਰੋਧੀ ਨਹੀਂ। ਜੇ ਸਾਡੇ ਇਹ ਪਿਕਚਰ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਈ ਜਥੇਬੰਦੀਆਂ ਵੱਲੋਂ, ਕਈ ਪੋਲੀਟੀਕਲ ਪਾਰਟੀਆਂ ਵੱਲੋਂ ਕਿ ਸਰਕਾਰ ਪਤਾ ਨਹੀਂ ਐਂਟੀ ਫਾਰਮਰ ਹੈ। ਸਰਕਾਰ ਫਾਰਮਰ ਦੀ ਬਹੁਤ ਰਿਸਪੈਕਟ ਕਰਦੀ ਹੈ। ਨਜ਼ਰੀਆ ਦੀ ਡਿਬੇਟ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਦਾ ਸਵਾਗਤ। ਕੇਂਦਰ ਸਰਕਾਰ ਤੇ ਸੰਘਰਸ਼ ਕਰ ਰਹੀਆਂ ਜਥੇਬੰਦੀਆਂ ਵਿਚਕਾਰ ਜਿਹੜੀ ਮੀਟਿੰਗ ਹੋਈ ਹੈ, ਉਸ ਮੀਟਿੰਗ ਦੋ ਮੁੱਦਿਆਂ ਦੇ ਉੱਤੇ ਸਹਿਮਤੀ ਹੋ ਗਈ ਹੈ। ਸਹਿਮਤੀ ਵਾਲੇ ਮੁੱਦਿਆਂ 'ਚ ਪ੍ਰਦੂਸ਼ਣ ਦੇ ਮਾਮਲੇ ਨੂੰ ਜੋ ਪਰਾਲੀ ਦੇ ਨਾਲ ਜਿਹੜਾ ਹੈਗਾ ਕਿਸਾਨਾਂ ਨੂੰ ਜੋੜ ਕੇ 1 ਕਰੋੜ ਰੁਪਏ ਜੁਰਮਾਨੇ ਦੀ ਗੱਲ ਕੀਤੀ ਜਾਂਦੀ ਸੀ, 5 ਸਾਲ ਦੀ ਸਜ਼ਾ ਦੀ ਗੱਲ ਕੀਤੀ ਜਾਂਦੀ ਸੀ। ਕੇਂਦਰ ਨੇ ਕਿਹਾ ਹੈ ਕਿ ਇਸ ਕਾਨੂੰਨ ਤੋਂ ਜਿਹੜਾ ਹੈਗਾ ਬਾਹਰ ਰੱਖਿਆ ਜਾਏਗਾ ਕਿਸਾਨਾਂ ਨੂੰ। ਦੂਜਾ ਗੱਲ ਜਿਹੜੀ ਹੈਗੀ ਹੈ ਉਹ ਬਿਜਲੀ ਬਿੱਲ 2020 ਉਹਦੇ ਬਾਰੇ ਵੀ ਕਿਹਾ ਗਿਆ ਕਿ ਕਿਸਾਨਾਂ ਨੂੰ ਇਸ ਘੇਰੇ 'ਚ ਨਹੀਂ ਲਿਆਂਦਾ ਜਾਏਗਾ ਜਾਂ ਇਹ ਬਿੱਲ ਹੀ ਨਹੀਂ ਲੈ ਕੇ ਆਇਆ ਜਾਏਗਾ, ਕਿਉਂਕਿ ਇਹਦੇ ਨਾਲ ਜਿਹੜੇ ਖਦਸ਼ੇ ਸੀਗੇ ਕਿ ਸਬਸਿਡੀਆਂ, ਮੁਫਤ ਬਿਜਲੀ ਦੀ ਸਹੂਲਤ ਤੇ ਬਹੁਤ ਕੁਝ ਖਤਮ ਹੋਣ ਜਾਣ ਲੱਗਿਆ। ਦੋਨਾਂ ਹੀ ਮੁੱਦਿਆਂ ਦੇ ਉੱਤੇ ਕੇਂਦਰ ਤੇ ਕਿਸਾਨਾਂ ਦੇ ਵਿਚਕਾਰ ਸਹਿਮਤੀ ਬਣੀ ਹੈ। ਪਰ ਜਿਹੜੇ ਬਾਕੀ ਦੇ ਅਹਿਮ ਮੁੱਦੇ ਹੈ ਜਿਨ੍ਹਾਂ 'ਚ 3 ਖੇਤੀ ਕਾਨੂੰਨ ਰੱਦ ਕਰਵਾਉਣ ਦੀ ਗੱਲ ਹੈ, ਜਿਨ੍ਹਾਂ ਨੂੰ ਕਿਸਾਨ ਕਾਲੇ ਕਾਨੂੰਨ ਵੀ ਕਹਿੰਦੇ ਹੈ। ਇਸੇ ਤਰੀਕੇ ਨਾਲ MSP ਘੱਟੋ ਘੱਟ ਸਹਾਇਕ ਕੀਮਤ ਜਿਹਦੀ ਕਾਨੂੰਨੀ ਗਰੰਟੀ ਮੰਗਦੇ ਆ ਕਿਸਾਨ। ਇਹਨਾਂ ਮੁੱਦਿਆਂ ਤੇ ਅੱਜ ਦੀ ਮੀਟਿੰਗ ਦੇ ਵਿੱਚ ਕੋਈ ਸਹਿਮਤੀ ਨਹੀਂ ਹੋ ਸਕੀ। ਉਂਝ ਮੀਟਿੰਗ ਜਿਹੜੀਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਹਿੱਸਾ ਲਿਆ, ਉਹਨਾਂ ਦਾ ਕਹਿਣਾ ਕਿ ਮੀਟਿੰਗ ਪਹਿਲੀਆਂ ਮੀਟਿੰਗਾਂ ਦੇ ਮੁਕਾਬਲੇ 'ਚ ਚੰਗੇ ਮਾਹੌਲ ਵਿੱਚ ਹੋਈ ਹੈ। ਇਹ ਗੱਲ ਦੇ ਉੱਤੇ ਜਿਹੜਾ ਕਿਸਾਨ ਜਥੇਬੰਦੀਆਂ ਨੇ ਬਾਅਦ 'ਚ ਆ ਕੇ ਜਿਹੜੀ ਗੱਲ ਕਹੀ ਹੈ, ਤਕਰੀਬਨ ਸਾਰੀਆਂ ਜਥੇਬੰਦੀਆਂ ਸਹਿਮਤ ਹੈ ਕਿ 3 ਖੇਤੀ ਕਾਨੂੰਨ ਰੱਦ ਕਰਵਾਏ ਬਗੈਰ ਔਰ MSP ਲਾਗੂ ਕੀਤੇ ਬਗੈਰ ਕਿਸਾਨ ਘਰਾਂ ਨੂੰ ਨਹੀਂ ਪਰਤਣਗੇ। ਇਹੋ ਜਿਹੀਆਂ ਪ੍ਰਸਥਿਤੀਆਂ 'ਚ ਲੱਗਦਾ ਹੈ, ਚਾਹੇ ਆਉਣ ਵਾਲੇ ਦਿਨਾਂ 'ਚ ਲੋਹੜੀ ਹੈ ਤੇ 26 ਜਨਵਰੀ ਹੈ ਜਿਹਨੂੰ ਗਣਤੰਤਰ ਦਿਵਸ ਦੇ ਤੌਰ ਤੇ ਆਪਾਂ ਮਨਾਉਂਦੇ ਹਾਂ, ਸ਼ਾਇਦ ਇਹ ਦਿੱਲੀ ਬਾਰਡਰ ਤੇ ਕਿਸਾਨਾਂ ਵੱਲੋਂ ਦਿਨ ਮਨਾਏ ਜਾਣਗੇ। ਜਿਹੋ ਜਿਹਾ ਮਾਹੌਲ ਹੈ ਉਸ ਮਾਹੌਲ ਦੇ 'ਚ ਅਗਲੀ ਮੀਟਿੰਗ ਵੀ 4 ਜਨਵਰੀ ਦੀ ਤੈਅ ਕੀਤੀ ਗਈ ਹੈ। ਇਸ ਮੀਟਿੰਗ ਤੋਂ ਕੀ ਉਮੀਦਾਂ ਰੱਖੀਆਂ ਜਾਣਗੀਆਂ ਇਹ 4 ਜਨਵਰੀ ਨੂੰ ਵੀ ਪਤਾ ਲੱਗੇਗਾ। ਇਹਨਾਂ ਸਾਰੇ ਮੁੱਦਿਆਂ ਤੇ ਮੇਰੇ ਨਾਲ ਪੈਨਲ 'ਚ ਮੇਰੀ ਬੇਨਤੀ ਪ੍ਰਵਾਨ ਕਰਕੇ ਇਸ ਵੇਲੇ ਜਿਹੜਾ ਹੈਗਾ ਸਾਡੇ ਨਾਲ ਜਿਹੜਾ ਹੈਗਾ ਡਿਬੇਟ ਦੇ ਵਿੱਚ ਜੁੜੇ ਹੈ ਸਾਡੇ ਕਦਾਵਰ ਆਗੂ। ਸਭ ਤੋਂ ਪਹਿਲਾਂ ਦਿੱਲੀ ਦੇ ਬਾਰਡਰ ਤੋਂ ਕਿਰਤੀ ਕਿਸਾਨ ਯੂਨੀਅਨ ਦੇ ਸੀਨੀਅਰ ਨੇਤਾ ਸਰਵਣ ਸਿੰਘ ਪੰਦੇਰ ਸਾਡੀ ਬੇਨਤੀ ਪ੍ਰਵਾਨ ਕਰਕੇ ਆਏ ਹੈ। ਭਾਰਤੀ ਕਿਸਾਨ ਯੂਨੀਅਨ ਦੇ ਜਾਣੇ ਪਛਾਣੇ ਨੇਤਾ ਨੇ। ਸਾਡੇ ਨਾਲ ਦੂਜੇ ਮਹਿਮਾਨ ਕਾਂਗਰਸ ਪਾਰਟੀ ਦੇ ਬੁਲਾਰੇ ਸੁਰਜੀਤ ਸਿੰਘ ਸਵੈਜ ਜੀ ਨੇ। ਸਾਡੇ ਨਾਲ ਤੀਜੇ ਮਹਿਮਾਨ ਨੀਲ ਗਰਗ ਆਮ ਆਦਮੀ ਪਾਰਟੀ ਦੇ ਬੁਲਾਰੇ ਹੈ। ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਤੇ ਇਹਨਾਂ ਮੁੱਦਿਆਂ ਦੇ ਨਾਲ ਅਹਿਮੀਅਤ ਰੱਖਣ ਵਾਲੀ ਪਾਰਟੀ ਦੇ ਨੇਤਾ ਗੁਰਪ੍ਰੀਤ ਸਿੰਘ ਢਿੱਲੋਂ। ਸਾਰੇ ਮਹਿਮਾਨਾਂ ਨੂੰ ਪੈਨਲ ਤੇ ਆਉਣ ਦੇ ਲਈ ਤੁਹਾਡੇ ਵੱਲੋਂ ਜੀ ਆਖਦੇ ਹਾਂ, ਵੈਲਕਮ ਕਰਦੇ ਹਾਂ। ਔਰ ਮੈਂ ਮਹਿਮਾਨਾਂ ਤੋਂ ਇਸ ਗੱਲ ਦੀ ਮਾਫੀ ਵੀ ਚਾਹਾਂਗਾ ਕਿਉਂਕਿ ਦੇਰ ਨਾਲ ਕੇਂਦਰ ਤੇ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਖਤਮ ਹੋਈ ਹੈ। ਪਰ ਤੁਹਾਡਾ ਧੰਨਵਾਦ ਹੈ ਕਿ ਮੇਰੀ ਬੇਨਤੀ ਪ੍ਰਵਾਨ ਕਰਕੇ ਦੇਰੀ ਨਾਲ ਵੀ ਤੁਸੀਂ ਮੇਰੇ ਪੈਨਲ ਤੇ ਸਾਡੇ ਨਾਲ ਜੁੜੇ ਹੋ। ਬਹੁਤ ਬਹੁਤ ਮਿਹਰਬਾਨੀ।
ਰੇਸਾ ਪਹਿਲਾ ਸਵਾਲ, ਤੁਸੀਂ ਦਿੱਲੀ ਉਸ ਸੰਘਰਸ਼ ਦੇ ਵਿੱਚ ਬੈਠੇ, ਮੈਂ ਤੁਹਾਡੇ ਤੋਂ ਲੈਣ ਲੱਗਿਆ। ਅੱਜ ਕੇਂਦਰ ਤੇ ਕਿਸਾਨ ਜਥੇਬੰਦੀਆਂ ਦੀ ਜਿਹੜੀ ਮੀਟਿੰਗ ਹੋਈ ਹੈ ਉਹਦੇ ਜਿੱਦਾਂ ਕਿਹਾ ਗਿਆ ਕਿ ਦੋ ਮੁੱਦਿਆਂ ਦੇ ਉੱਤੇ ਸਹਿਮਤੀ ਬਣੀ ਹੈ, ਪਰ ਬਾਕੀ ਦੇ ਜਿਹੜੇ ਅਹਿਮ ਮੁੱਦੇ ਆ, ਚਾਹੇ ਖੇਤੀ ਕਾਨੂੰਨ ਦੀ ਗੱਲ ਕਰ ਲਈਏ, ਚਾਹੇ ਐਮਐਸਪੀ ਦੀ ਗੱਲ ਕਰ ਲਈਏ, ਘੱਟੋ ਘੱਟ ਸਹਾਇਕ ਕੀਮਤ, ਉਹ ਮੁੱਦੇ ਅਜੇ ਉਵੇਂ ਹੀ ਉਵੇਂ ਹੈ, ਦੁਵਿਧਾ ਦੇ ਵਿੱਚ ਬਰਕਰਾਰ ਹੈ। ਇਸ ਮੁੱਦੇ ਤੇ ਅੱਜ ਦੀ ਮੀਟਿੰਗ ਨੂੰ ਕਿਵੇਂ ਦੇਖਦੇ ਹੋ ਕਨੇਰ ਜੀ? ਮੈਂ ਕਹਿ ਰਿਹਾ ਵੀ ਜਿਹੜੀ ਸਾਡੇ ਕੋਲ ਇਨਫੋਰਮੇਸ਼ਨ ਆ ਉਹ ਮੀਡੀਆ ਦੀ ਇਨਫੋਰਮੇਸ਼ਨ ਆ। ਸਵੇਰੇ ਸਾਡੀ ਸਾਥੀਆਂ ਨਾਲ ਗੱਲ ਹੋਊਗੀ ਕੰਪਲੀਟ, ਫਿਰ ਵੀ ਜਿਹੜੀ ਇਨਫੋਰਮੇਸ਼ਨ ਨਿਕਲ ਕੇ ਆਈ ਆ ਆਪਾਂ ਨੂੰ ਦੋ ਤਰੀਕੇ ਨਾਲ ਦੇਖੀਏ। ਤੇ ਸਭ ਤੋਂ ਪਹਿਲਾਂ ਜਿਹੜੇ ਸੰਘਰਸ਼ ਸ਼ੁਰੂ ਹੁੰਦੇ ਆ ਖੇਤੀ ਦੇ ਤਿੰਨ ਕਾਨੂੰਨਾਂ ਤੇ ਆਉਣ ਤੋਂ ਬਾਅਦ ਹੁੰਦੇ ਆ, ਤੇ ਉਦੋਂ ਪਹਿਲਾਂ ਬਿਜਲੀ ਸੋਧ ਬਿੱਲ 2020 ਵੀ ਆ ਚੁੱਕਾ ਵਾ। ਔਰ ਜਿਹੜੀਆਂ ਸਾਰੀਆਂ ਫਸਲਾਂ ਦੀ ਖਰੀਦ ਦੀ ਗਰੰਟੀ ਦਾ ਮਸਲਾ ਵਾ, ਇਹ ਪਿਛਲੇ ਲੰਮੇ ਸਮੇਂ ਤੋਂ 50 ਸਾਲ ਤੋਂ ਨਹੀਂ 20 ਸਾਲ ਤੋਂ ਇਹ ਲਟਕਦਾ ਆ ਰਿਹਾ। ਚਲ ਪੋਲੂਸ਼ਨ ਐਕਟ ਸੁਪਰੀਮ ਕੋਰਟ ਤੋਂ ਬਾਅਦ ਇਹ ਨਵਾਂ ਰੂਪ ਧਾਰਿਆ, ਪਰ ਜਦੋਂ ਬਿਜਲੀ ਸੋਧ ਬਿੱਲ ਦਾ ਆਰਡੀਨੈਂਸ ਕਰਤਾ ਤੇ ਲਗਭਗ ਮੋਰਚੇ ਦੌਰਾਨ ਉਹ ਆਰਡੀਨੈਂਸ ਦੀ ਵੈਸੇ ਡੇਟ ਲੰਘ ਚੁੱਕੀ ਸੀ। ਸਰਕਾਰ ਨੇ ਚਲ ਮੰਨ ਗਿਆ ਵੀ ਅਸੀਂ ਦੋਹਰੇ ਨਹੀਂ ਲਿਆਉਂਦੇ, ਚੰਗੀ ਗੱਲ ਆ, ਪਰ ਇਹਦਾ ਕੋਈ ਲਿਖਤੀ ਜਾਂ ਕੀ ਇਹਨੂੰ ਸਮਝੀਏ ਵੀ ਇਹ ਸਰਕਾਰ ਜੀ ਕਹਿ ਰਹੀ ਹੈ ਵੀ ਅਸੀਂ ਦੋਹਰੇ ਨਹੀਂ ਲਿਆਵਾਂਗੇ, ਤੇ ਵਾਕਿਆ ਜ਼ੁਬਾਨੀ ਕਲਾਮੀ ਠੀਕ ਹੋ ਗਿਆ। ਇਹਦਾ ਹੋਰ ਕੋਈ ਪ੍ਰਾਵਧਾਨ ਹੋਣਾ ਚਾਹੀਦਾ। ਚਲੋ ਪ੍ਰਦੂਸ਼ਣ ਵਾਲਾ ਐਕਟ ਆ, ਸੁਪਰੀਮ ਕੋਰਟ ਵਿੱਚ ਹੈ, ਕੀ ਸੁਪਰੀਮ ਕੋਰਟ ਸਰਕਾਰ ਵਾਲੀ ਗੱਲ ਮੰਨੂਗਾ? ਚਲੋ ਫਿਰ ਵੀ ਜੇ ਇਹ ਸਰਕਾਰ ਮੰਨੀ ਆ ਤੇ ਚੰਗੀ ਗੱਲ ਆ, ਇਹਨੂੰ ਆਪਾਂ ਕੋਈ ਮਾੜੀ ਨਹੀਂ ਕਹਿੰਦੇ, ਪਰ ਇਹ ਦੋਮ ਦਰਜੇ ਦੀਆਂ ਮੰਗਾਂ ਸੀ ਇਹ ਤੋਂ ਬਾਅਦ। ਪਰ ਜਿੱਥੋਂ ਤੱਕ ਸਵਾਲ ਹੈਗਾ ਤਿੰਨ ਖੇਤੀ ਦੇ ਕਾਨੂੰਨਾਂ ਦਾ, ਉੱਥੇ ਕੋਈ ਪ੍ਰਗਤੀ ਨਹੀਂ ਹੋਈ। ਮੈਂ ਵੀ ਆਪਣੇ ਆਗੂ ਸਾਹਿਬਾਨਾਂ ਦੀਆਂ ਪ੍ਰਤੀਕਿਰਿਆ ਸੁਣੀਆਂ ਵਾ, ਉਹਦੇ ਤੇ ਕੋਈ ਏਡੀ ਗੱਲ ਖੁੱਲ ਕੇ ਤੇ ਨਾ ਹੀ ਜਿਹੜੀ ਆ ਉਹ ਜਿਹੜੇ ਐਮਐਸਪੀ ਜਿਹੜੇ ਤੇ ਖਰੀਦ ਜਿਹੜੀ ਸਰਕਾਰੀ ਖਰੀਦ ਦੀ ਗਰੰਟੀ ਵਾਲਾ ਕਾਨੂੰਨ ਲੈ ਕੇ ਆਉਣਾ, ਉਹਦੇ ਤੇ ਵੀ ਕਹਿੰਦੇ ਵੀ ਅਸੀਂ ਜਿਉਂਦੇ ਤੇ ਹੋ, ਪਰ ਅਸੀਂ ਇਹਦੇ ਤੇ ਵੀ ਗੱਲ ਕਰਾਂਗੇ। ਇਹ ਗੱਲ ਹੋਈ ਹੈ ਤੇ ਇਹ ਗਾਂ 4 ਦੀ ਮੀਟਿੰਗ ਨਿਕਲੀ ਹੋਈ ਆ। ਦੇਖੋ ਇਸ ਕਰਕੇ ਜਿਹੜੇ ਵੀ ਬਿਆਨ ਨੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਦੇ, ਵੱਡਾ ਸਨਮਾਨਯੋਗ ਅਹੁਦਾ ਵਾ, ਅਸੀਂ ਕਿਸੇ ਤੱਤਾਂ ਤੇ ਬੋਲ ਸਕਦੇ। ਜੋ ਅਸੀਂ ਬੋਲਦੇ ਆ ਤੁਸੀਂ ਉਹਨਾਂ ਤੋਂ ਤੱਤ ਇਕੱਠੇ ਕਰੋਗੇ। ਉਹ ਲਗਾਤਾਰ ਖੇਤੀ ਕਾਨੂੰਨਾਂ ਦੇ ਹੱਕ 'ਚ ਬੋਲ ਰਹੇ ਨੇ, ਨੀਤੀ ਆਯੋਗ ਬੋਲ ਰਿਹਾ ਵਾ, ਲਗਾਤਾਰ ਹਜ਼ਾਰਾਂ ਕਾਨਫਰੰਸਾਂ ਕਰਕੇ ਉਹਦੇ ਪ੍ਰਚਾਰ ਪ੍ਰਸਾਰ ਕੀਤਾ ਜਾ ਰਿਹਾ, ਵੀਡੀਓ ਜਾਰੀ ਕੀਤੀ ਜਾ ਰਹੀ ਆ, ਅਖਬਾਰਾਂ 'ਚ ਜਿਹੜੇ ਆ ਉਹ ਐਡ ਦਿੱਤੇ ਜਾ ਰਹੇ ਆ। ਇਹ ਸਾਰੇ ਸੰਕੇਤ ਕੀ ਆ ਵੀ ਸਰਕਾਰ ਖੇਤੀ ਕਾਨੂੰਨਾਂ ਨੂੰ ਵਾਪਸ ਲਊਗੀ। ਇਹ ਸੰਕੇਤ ਇਹ ਆ ਵੀ ਅਸੀਂ ਵਾਪਸ ਨਹੀਂ ਲੈਣੇ, ਠੀਕ ਹੈ ਜੀ। ਇਹ ਬਾਕੀ ਐਮਐਸਪੀ ਬਾਤ ਉਹਨਾਂ ਦਾ ਵੀ ਜਿਵੇਂ ਪਹਿਲੋਂ ਜ਼ਬਾਨੀ ਕਲਾਮੀ ਕਹਿੰਦੇ ਸੀ ਵੀ ਪਹਿਲੋਂ ਵੀ ਜਿੱਦਾਂ ਜਾਰੀ ਆ ਗਾਂ ਵੀ ਜਾਰੀ ਰੱਖਾਂਗੇ। ਇਹੀ ਵੱਡੇ ਡਿੱਕੇ ਨੇ। ਹੁਣ ਇਹ ਸਵਾਲ ਆ ਸਾਡੇ ਸਾਹਮਣੇ ਹੁਣ ਕੀ ਕੇਂਦਰ ਇਹਨਾਂ ਦੇ ਹੱਲ ਕਰਦੀ ਆ ਨਹੀਂ ਕਰਦੀ ਆ, ਇਹ ਸਮਾਂ ਦੱਸੂਗਾ। ਪਰ ਜੋ ਕੁਝ ਬਿਆਨਬਾਜ਼ੀ ਆ ਉਹਦੇ ਤੋਂ ਗੁੰਜਾਇਸ਼ਾਂ ਘੱਟ ਲੱਗਦੀਆਂ ਨੇ ਜੋ ਸਾਡੀ ਰਾਜਨੀਤਿਕ ਸਮਝ ਆ। ਅਸੀਂ ਇਹ ਕਹਿਣਾ ਚਾਹਾਂਗੇ। ਬਿਲਕੁਲ, ਜਿਹੜਾ ਪੰਦੇਰ ਸਾਹਿਬ ਤੁਸੀਂ ਸਾਡੇ ਨਾਲ ਬਣੇ ਰਹੋ ਇਸ ਮੁੱਦੇ ਤੇ, ਮੈਂ ਤੁਹਾਡੇ ਫੇਰ ਵੀ ਕਮੈਂਟਸ ਲਵਾਂਗਾ। ਤੁਸੀਂ ਜਿਹੜੇ ਖਦਸ਼ੇ ਪ੍ਰਗਟ ਕੀਤੇ ਹੈ, ਢਿੱਲੋਂ ਸਾਹਿਬ ਤੁਸੀਂ ਪੰਦੇਰ ਸਾਹਿਬ ਦੇ ਕਮੈਂਟਸ ਵੀ ਸੁਣੇ ਹੈ। ਬਾਕੀ ਜੋ ਅੱਜ ਦੀ ਮੀਟਿੰਗ ਹੋਈ ਆ ਉਹਦੇ ਨਤੀਜੇ ਵੀ ਸਾਹਮਣੇ ਹੈ ਕਿ ਦੋ ਮੁੱਦਿਆਂ ਤੇ ਸਹਿਮਤੀ, ਪਰਾਲੀ ਦੀ ਗੱਲ ਕਰ ਲਈਏ ਆਪਾਂ, ਬਿਜਲੀ ਸੋਧ ਬਿੱਲ 2020 ਦੀ ਗੱਲ ਕਰ ਲਈਏ, ਜ਼ਰੂਰ ਹੈ। ਪਰ ਜਿੱਦਾਂ ਪੰਦੇਰ ਜੀ ਨੇ ਕਿਹਾ ਵੀ ਤਿੰਨੇ ਖੇਤੀ ਕਾਨੂੰਨ ਅਜੇ ਉਹਨਾਂ ਮੁੱਦਿਆਂ ਤੇ ਕੋਈ ਸਹਿਮਤੀ ਨਹੀਂ, ਫਸਲਾਂ ਦੀ ਸਹਾਇਕ ਕੀਮਤ ਬਾਰੇ ਕੋਈ ਸਹਿਮਤੀ ਨਹੀਂ ਹੈ। ਆਖਰਕਾਰ ਅੱਜ 6 ਮੀਟਿੰਗਾਂ ਹੋਈਆਂ, 7ਵੀਂ ਮੀਟਿੰਗ 4 ਜਨਵਰੀ ਦੀ ਫੇਰ ਤੈਅ ਹੋ ਗਈ ਹੈ। ਕਿੰਨਾ ਹੋਰ ਇਮਤਿਹਾਨ ਕੇਂਦਰ ਸਰਕਾਰ ਲਏਗੀ ਕਿਸਾਨਾਂ ਦਾ ਇਹਨਾਂ ਮੁੱਦਿਆਂ ਤੇ, ਕਿਉਂਕਿ ਇਹਨਾਂ ਮੁੱਦਿਆਂ ਦੀ ਸਹਿਮਤੀ ਵਗੈਰ ਲੱਗਦਾ ਹੈ ਕਿਤੇ ਗੱਲ ਬਣਨੀ ਨਹੀਂ। ਢਿੱਲੋਂ ਸਾਹਿਬ ਜੀ, ਸੰਧੂ ਸਾਹਿਬ ਮੈਂ ਬੜੇ ਧਿਆਨ ਨਾਲ ਸੁਣ ਰਿਹਾ ਸੀ ਪੰਧੇਰ ਸਾਹਿਬ ਦਾ ਕਮੈਂਟ। ਕੱਲ ਵੀ ਅਸੀਂ ਮੇਰੇ ਖਿਆਲ ਪੀਟੀਸੀ ਤੇ ਇਕੱਠੇ ਸੀਗੇ ਪੰਧੇਰ ਸਾਹਿਬ ਤੇ ਮੈਂ, ਗੱਲ ਉੱਥੇ ਵੀ ਇਹੀ ਹੋਈ ਸੀ ਵੀ ਸਰਕਾਰ ਨੇ ਅੱਗੇ ਖੁੱਲ੍ਹਦਲੀ ਵਿਖਾ ਕੇ ਬਹੁਤ ਵਧੀਆ ਜਗੈਸਚਰ ਦੇ ਵਿੱਚ ਮੀਟਿੰਗ ਜਿਹੜੀ ਹੋਈ ਹੈ, ਇੱਕ ਸੁਖਾਵੇਂ ਮਾਹੌਲ ਦੇ ਵਿੱਚ ਹੋਈ ਹੈ, ਜਿਹੜਾ ਕਿ ਬੜੇ ਦਿਨਾਂ ਦਾ ਗਤੀਰੋਧ ਚੱਲਿਆ ਆ ਰਿਹਾ ਸੀਗਾ, ਗੱਲਬਾਤ ਅੱਗੇ ਨਹੀਂ ਤੁਰ ਰਹੀ ਸੀ। ਔਰ ਇਹ ਮਸਲੇ ਹੱਲ ਗੱਲਬਾਤ ਦੇ ਨਾਲ ਹੀ ਹੋਣੇ ਆ, ਆਪਾਂ ਨੂੰ ਸਾਰਿਆਂ ਨੂੰ ਪਤਾ। ਅੱਜ ਉਹ ਇੱਕ ਸੁਖਾਵੇਂ ਮਾਹੌਲ ਦੇ ਵਿੱਚ ਮੀਟਿੰਗ ਹੁੰਦੀ ਹੈ, ਉੱਥੇ ਬੈਠ ਕੇ ਜਿਹੜਾ ਚਰਚਾ ਇਹਨਾਂ ਨੇ ਆਪਣਾ ਕਿਸਾਨ ਜਥੇਬੰਦੀਆਂ ਨੇ ਜਿਹੜੇ ਏਜੰਡੇ ਦਿੱਤੇ ਉਹਨਾਂ ਦੇ ਅਕੋਰਡਿੰਗਲੀ ਚਰਚਾ ਹੋਏਗੀ। ਚਰਚਾ ਦੇ ਵਿੱਚ ਦੋ ਵੱਡੇ ਖਦਸ਼ੇ ਜਿਹੜੇ ਸੀਗੇ ਉਹ ਕਿਸਾਨਾਂ ਨੇ ਪ੍ਰਗਟ ਕੀਤੇ ਸੀ ਆਪਣੇ ਭਰਾਵਾਂ ਨੇ,
ਉਹਨਾਂ ਦੇ ਉੱਤੇ ਉਹਨਾਂ ਦਾ ਹੱਲ ਕੱਢਿਆ ਗਿਆ ਵੀ ਪਹਿਲਾਂ ਤਾਂ ਸੀਗਾ ਜੀ ਪੋਲਿਊਸ਼ਨ ਬੋਰਡ ਵੱਲੋਂ ਜਿਹੜਾ ਕੋਈ ਜੁਰਮਾਨੇ ਲਾਏ ਜਾਂਦੇ ਨੇ ਪੋਲਿਊਸ਼ਨ ਵਾਲੇ ਪਾਸੇ, ਪਰਾਲੀ ਸਾੜਨ ਜੇ ਦੇ ਪਰਾਲੀ ਸਾੜਦੇ ਆ ਮਾਮਲੇ 'ਚ ਪਰਾਲੀ ਸਾੜਨ ਦੇ ਮਾਮਲੇ 'ਚ ਜਾਂ ਹੋਰ, ਉਹਦੇ ਵਿੱਚ ਕਿਸਾਨਾਂ ਦੇ ਉੱਤੇ ਕੋਈ ਜਿਹੜਾ ਹੈ ਉਹ ਨਹੀਂ ਲਾਇਆ ਜਾਵੇ। ਇਹ ਇੱਕ ਡਿਮਾਂਡ ਸੀਗੀ ਕਿ ਕੋਈ ਜੁਰਮਾਨਾ ਨਾ ਲਾਇਆ ਜਾਵੇ। ਉਸ ਗੱਲ ਦੇ ਉੱਤੇ ਸਰਕਾਰ ਐਗਰੀ ਕਰ ਗਈ ਹੈ। ਔਰ ਦੂਜੀ ਗੱਲ ਸੀਗੀ ਜਿਹੜੀ ਉਹ ਵੱਡੀ ਕਿ ਬਿਜਲੀ ਦੀ ਸੋਧ ਕਾਨੂੰਨ, ਜਿਹਦੇ 'ਚ ਖਦਸ਼ੇ ਪ੍ਰਗਟਾਏ ਜਾ ਰਹੇ ਸੀਗੇ, ਡਾਊਟਸ ਕੀਤੇ ਜਾ ਰਹੇ ਸੀਗੇ ਕਿ ਕੱਲ੍ਹ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਜੇ ਕੋਈ ਬਿਜਲੀ ਕਿਸੇ ਪ੍ਰਾਈਵੇਟ ਅਦਾਰੇ ਤੋਂ ਮਿਲਦੀ ਆ ਤਾਂ ਕੀ ਉਹ ਉਹਨਾਂ ਦੇ ਜਿਹੜੀ ਬਣਦੀ ਸਬਸਿਡੀ ਜਿਹੜੀ ਮਿਲਦੀ ਆ ਉਹ ਜਾਰੀ ਰਹੇਗੀ ਜਾਂ ਨਹੀਂ ਰਹੇਗੀ। ਗਵਰਨਮੈਂਟ ਨੇ ਉਹਦੇ 'ਤੇ ਵੀ ਗਰੰਟੀ ਦਿੱਤੀ ਹੈ ਕਿ ਗਵਰਨਮੈਂਟ ਜਿਹੜੀ ਵੀ ਅਗਲਾ ਆਉਣ ਵਾਲਾ ਸਮੇਂ ਦੇ ਵਿੱਚ ਬਿਜਲੀ ਦਾ ਆਏਗਾ ਉਹਦੇ ਵਿੱਚ ਸਬਸਿਡੀਆਂ ਉਵੇਂ ਜਾਰੀ ਰਹਿਣਗੀਆਂ। ਇਹ ਲੋਕਲ ਜਿਹੜੀਆਂ ਸਾਡੀਆਂ ਸਟੇਟ ਗਵਰਨਮੈਂਟਸ ਨੇ ਉਹਨਾਂ ਨੂੰ ਇਸ ਬਾਰੇ ਕਲੀਅਰ ਇੰਸਟਰਕਸ਼ਨ ਕਰ ਦਿੱਤੀ ਜਾਏਗੀ। ਸੋ ਜਿਹੜਾ ਇੱਕ ਡੈਡਲੌਕ ਬਣਿਆ ਹੋਇਆ ਸੀ ਉਹਦੇ ਤੋਂ ਥੋੜ੍ਹਾ ਜਿਹਾ ਅੱਗੇ ਵਧੇ, ਅੱਗੇ ਵੱਧ ਕੇ ਕੋਈ ਚਰਚਾ ਹੋਈਆਂ ਨੇ। ਹੁਣ ਮੈਂ ਕੱਲ੍ਹ ਵੀ ਅਰਜ਼ ਕਰ ਰਿਹਾ ਸੀਗਾ ਕਿ ਜਿਹੜਾ ਉਹ ਯੈਸ ਨੋ ਦੇ ਉੱਤੇ ਆਣ ਕੇ ਗੱਲ ਰੁਕ ਗਈ ਸੀ, ਅੱਜ ਉਹ ਯੈਸ ਨੋ ਤੋਂ ਅੱਗੇ ਵੱਧ ਕੇ ਕੁਝ ਨਾ ਕੁਝ ਹੱਲ ਨਿਕਲਣੇ ਪਾਸੇ ਅਸੀਂ ਤੁਰੇ ਹਾਂ। ਔਰ ਮੈਂ ਵਾਰ-ਵਾਰ ਕਹਿੰਦਾ ਕਿ ਸਰਕਾਰ ਦੇ ਉੱਤੇ ਭਰੋਸਾ ਰੱਖੋ। ਸਰਕਾਰ ਕਿਸਾਨਾਂ ਦੀ ਹਿਤੈਸ਼ੀ ਹੈ, ਕੋਈ ਕਿਸਾਨਾਂ ਦੇ ਵਿਰੋਧੀ ਨਹੀਂ। ਜੇ ਸਾਡੇ ਇਹ ਪਿਕਚਰ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਈ ਜਥੇਬੰਦੀਆਂ ਵੱਲੋਂ, ਕਈ ਪੋਲੀਟੀਕਲ ਪਾਰਟੀਆਂ ਵੱਲੋਂ ਕਿ ਸਰਕਾਰ ਪਤਾ ਨਹੀਂ ਐਂਟੀ ਫਾਰਮਰ ਹੈ। ਸਰਕਾਰ ਫਾਰਮਰ ਦੀ ਬਹੁਤ ਰਿਸਪੈਕਟ ਕਰਦੀ ਹੈ, ਫਾਰਮਰ ਨੂੰ ਬਹੁਤ ਉਹਨਾਂ ਦੇ ਨਾਲ ਖੜੀ ਹੈ। ਹਾਂ, ਕਈ ਵਾਰ ਸੋਚਦਾ ਸੌਰੀ ਕਿ ਵਿੱਚੋਂ ਟੋਕ ਰਿਹਾ, ਜਿੱਦਾਂ ਤੁਸੀਂ ਕਈ ਜਥੇਬੰਦੀਆਂ ਦੀ ਗੱਲ ਕੀਤੀ ਹੈ ਕਿ ਉਹਨਾਂ ਨੇ ਇਸ ਤਰ੍ਹਾਂ ਪਿਕਚਰ ਪੇਸ਼ ਕੀਤੀ ਹੈ, ਇਸੇ ਤਰੀਕੇ ਨਾਲ ਭਾਜਪਾ ਦੇ ਕਈ ਆਗੂਆਂ ਨੇ ਵੀ ਕਿਸਾਨ ਅੰਦੋਲਨ ਬਾਰੇ ਇਸ ਤਰ੍ਹਾਂ ਦੀ ਪਿਕਚਰ ਪੇਸ਼ ਕੀਤੀ ਹੈ। ਉਹ ਤਾਂ ਦੋਨੇ ਪਾਸੇ ਤੋਂ ਇੱਦਾਂ ਦੇ ਮਾਮਲੇ, ਉਹਨਾਂ ਨੂੰ ਆਪਾਂ ਹੁਣ ਇਸ ਮੁੱਦੇ ਤੇ ਬਾਅਦ 'ਚ ਗੱਲ ਕਰ ਸਕਦੇ ਹਾਂ। ਖਾਲਿਸਤਾਨ ਦੀ ਗੱਲ, ਪਾਕਿਸਤਾਨੀ ਕਹਿਣਾ, ਸੋ ਘੱਟ ਦਾ ਭਾਜਪਾ ਦੇ ਆਗੂਆਂ ਵੱਲੋਂ ਵੀ ਨਹੀਂ, ਢਿੱਲੋਂ ਸਾਹਿਬ ਕਿ ਭਾਜਪਾ ਆਗੂਆਂ ਨੇ ਵੀ ਘੱਟ ਨਹੀਂ ਗੁਜ਼ਾਰੀ। ਮੈਂ ਤੁਹਾਨੂੰ ਇੱਥੇ ਅਰਜ਼ ਕਰਦਿਆਂ, ਭਾਜਪਾ ਦੇ ਕਿਸੇ ਵੀ ਜਿਹੜਾ ਅਫੀਸ਼ੀਅਲ ਪ੍ਰਵਕਤਾ ਹੈ ਉਹਨੇ ਕੋਈ ਇਹੋ ਜਿਹੀ ਗੱਲ ਨਹੀਂ ਕੀਤੀ। ਹਾਂ, ਬੜੇ ਸਾਰੇ ਲੀਡਰਾਂ ਨੂੰ ਕੈਮਰਾ ਸਾਹਮਣੇ ਵੇਖ ਕੇ ਬੋਲਣ ਦਾ ਜੀ ਕਰ ਆਉਂਦਾ, ਉਹ ਕੁਛ ਵੀ ਬੋਲ ਦੇਣ, ਉਹ ਭਾਜਪਾ ਦੀ ਲਾਈਨ ਨਹੀਂ ਹੈ। ਭਾਜਪਾ ਦਾ ਅਫੀਸ਼ੀਅਲ ਜਿਹੜਾ ਪ੍ਰਵਕਤਾ ਹੈ, ਮੈਂ ਬੈਠਾ ਅਫੀਸ਼ੀਅਲ ਪ੍ਰਵਕਤਾ, ਸਾਡੇ ਮੂੰਹੋਂ ਕਦੀ ਇਹੋ ਜਿਹੀ ਗੱਲ ਸੁਣੀ ਕਿਸੇ ਨੇ? ਜਾਂ ਜਿਹੜੇ ਹੋਰ ਸਾਡੇ ਰਾਸ਼ਟਰੀ ਲੈਵਲ ਦੇ ਪ੍ਰਵਕਤਾ ਨੇ, ਕੋਈ ਉਹਨਾਂ ਨੇ ਕੋਈ ਐਵੇਂ ਦੀ ਗੱਲ ਨਹੀਂ ਕੀਤੀ। ਹਾਂ, ਜਿਹੜੇ ਕੋਈ ਜਿਨ੍ਹਾਂ ਨੂੰ ਹੋਈ ਹੁੰਦੀ ਹੈ ਇਹੋ ਜਿਹੀ ਪ੍ਰੋਬਲਮ ਵੀ ਅਸੀਂ ਮੂੰਹ ਅੱਗੇ ਮਾਈਕ ਆ ਗਿਆ, ਕੈਮਰਾ ਆ ਗਿਆ, ਅਸੀਂ ਕੁਝ ਵੀ ਬੋਲ ਦੇਣਾ, ਉਹਨਾਂ ਨੂੰ ਅਸੀਂ ਅਥੈਂਟਿਕੇਟਡ ਨਹੀਂ ਮੰਨਦੇ, ਨਾ ਹੀ ਉਹ ਭਾਜਪਾ ਦੇ ਅਫੀਸ਼ੀਅਲ ਕੋਈ ਪ੍ਰਵਕਤਾ ਨੇ। ਦੂਜੀ ਗੱਲ, ਭਾਜਪਾ ਪਹਿਲੇ ਦਿਨ ਤੋਂ ਹੀ ਮੈਂ ਜਿਹੜਾ ਸਵਾਲ ਤੇ ਤੁਹਾਡਾ ਜਵਾਬ ਲੈਣਾ ਚਾਹੁੰਦਾ, ਅੱਗੇ ਸਵਾਲ ਲੈਣ ਤੋਂ ਪਹਿਲਾਂ, ਕਿ 3 ਖੇਤੀ ਕਾਨੂੰਨਾਂ ਦੀ ਗੱਲ ਕਰਦੇ ਹਾਂ, ਆਪਾਂ MSP ਦੀ ਗੱਲ ਕਰਦੇ ਹਾਂ, ਉਹਨਾਂ ਮੁੱਦਿਆਂ ਦੇ ਹੱਲ ਹੋਏ ਬਗੈਰ ਵੀ ਗੱਲ, ਚਲੋ ਅੱਜ ਦੀ ਜੋ ਗੱਲ ਹੈ ਕਿ ਚੰਗੇ ਮਾਹੌਲ 'ਚ ਹੋਈ, ਕਿਸਾਨ ਨੇਤਾ ਵੀ ਕਹਿੰਦੇ ਚੰਗੇ ਮਾਹੌਲ 'ਚ ਹੋਈ, ਪਰ ਜਿੱਦਾਂ ਪੰਦੇਰ ਸਾਹਿਬ ਨੇ ਕਿਹਾ ਵੀ ਬੇਸਿਕ ਮੁੱਦੇ ਦਾ 3 ਖੇਤੀ ਕਾਨੂੰਨ ਹੈ ਤੇ MSP ਹੈ, ਉਹ ਤਾਂ ਢਿੱਲੋਂ ਸਾਹਿਬ ਦੇਖੋ MSP ਖੜਾ ਹੈ ਨਾ। ਮੈਂ ਦੱਸ ਰਿਹਾ ਜੀ, MSP ਪਹਿਲੇ ਦਿਨ ਤੋਂ ਕਹਿ ਰਹੇ ਹਾਂ, ਸਦਨ ਦੇ ਪਟਲ ਦੇ ਉੱਤੇ ਕਿਹਾ, ਆਪਣੀ ਪਾਰਲੀਮੈਂਟ ਦੇ ਵਿੱਚ ਪ੍ਰਧਾਨ ਮੰਤਰੀ ਨੇ, ਕ੍ਰਿਸ਼ੀ ਮੰਤਰੀ ਨੇ, ਸਭ ਨੇ ਕਿਹਾ ਵੀ MSP ਬਿਲਕੁਲ ਹਟਣ ਨਹੀਂ ਜਾ ਰਹੀ, ਜਿਵੇਂ ਚੱਲਦੀ ਸੀ ਉਵੇਂ ਚੱਲ ਰਹੀ ਆ, ਉਵੇਂ ਅੱਗੇ ਚੱਲਦੀ ਰਹੂਗੀ। ਇਸ ਤੋਂ ਬਾਅਦ ਸਾਡੇ ਲੋਕਾਂ ਨੇ ਖਦਸ਼ਾ ਪ੍ਰਗਟਾਇਆ ਕਿ ਨਹੀਂ ਜੀ ਇਹਦੀ ਲਿਖਤ 'ਚ ਦਿਓ, ਗਰੰਟੀ ਦਿਓ, ਤੇ ਲਿਖਤ ਦੇ ਵਿੱਚ ਗਰੰਟੀ ਦੇਣ ਵਾਸਤੇ ਵੀ ਗਵਰਨਮੈਂਟ ਨੇ ਕਿਹਾ ਕਿ ਯੈਸ ਅਸੀਂ ਲਿਖਤ ਦੇ ਵਿੱਚ ਗਰੰਟੀ ਦੇ ਦਿੰਦੇ ਆ ਕਿ MSP ਨਾਲ ਕੋਈ ਛੇੜਛਾੜ ਨਹੀਂ ਕੀਤੀ ਜਾਣੀ। ਇਹ ਤੇ ਬੇਭਰੋਸਗੀ ਪਤਾ ਨਹੀਂ ਕਿਉਂ ਐਵੇਂ ਹੀ ਬਣਾ ਲਈ ਗਈ ਕਿ ਪਤਾ ਨਹੀਂ ਸਰਕਾਰ ਐਵੇਂ ਕਰੇਗੀ, ਉਹ ਕਰੇਗੀ ਕਰਕੇ ਜਿਹੜਾ ਇੱਕ ਮਾਹੌਲ ਕ੍ਰੀਏਟ ਕਰ ਲਿਆ ਵੀ ਇਦਾਂ ਨਹੀਂ ਜੀ, ਇਦਾਂ ਹੋਊਗਾ, ਇਸ ਤੋਂ ਬਾਅਦ ਆਹ ਹੋਊਗਾ, ਹੋਊਗਾ। ਸੋ ਦਿਸ ਇਜ਼ ਆਲ ਆਰ ਸਪੈਕੂਲੇਸ਼ਨਸ ਜਿਹੜੀਆਂ ਕਿ ਬਣਾਈਆਂ ਗਈਆਂ ਨੇ, ਔਰ ਮੈਨੂੰ ਲੱਗਦਾ ਨਹੀਂ ਕਿ ਇਹਦੇ ਤੇ ਕੋਈ ਅੱਜ ਗਵਰਨਮੈਂਟ ਨੇ ਵੀ ਕਲੀਅਰ ਕੀਤਾ, ਦੁਬਾਰਾ ਕੀਤਾ ਕਿ MSP ਬਿਲਕੁਲ ਉਵੇਂ ਜਾਰੀ ਰਹੂਗੀ, ਮੰਡੀਆਂ ਉਵੇਂ ਜਾਰੀ ਰਹਿਣਗੀਆਂ, ਇਹਨਾਂ ਦੇ ਉੱਤੇ ਕੋਈ ਵੀ ਤਬਦੀਲੀ ਨਹੀਂ ਆਉਣ ਵਾਲੀ। ਜੀ ਢਿੱਲੋਂ ਸਾਹਿਬ, ਮੈਂ ਵਾਪਸ ਆਵਾਂਗਾ ਤੁਹਾਡੇ ਵਾਲੇ ਇਸ ਮੁੱਦੇ ਤੇ। ਮੇਰੇ ਨਾਲ ਸਵੈਜ ਜੀ ਕਾਫੀ ਦੇਰ ਦੇ ਇੰਤਜ਼ਾਰ ਕਰ ਰਿਹਾ ਹੈ, ਨੀਲ ਗਰਗ ਸਾਹਿਬ ਵੀ ਇੰਤਜ਼ਾਰ ਕਰ ਰਿਹਾ ਹੈ। ਸਵੈਜ ਜੀ, ਇਸ ਮਾਮਲੇ ਤੇ ਜਿਹੜੀ ਅੱਜ ਮੀਟਿੰਗ ਹੋਈ ਹੈ ਉਹਦੇ ਜੋ ਸਿੱਟੇ ਸਾਹਮਣੇ ਆਏ ਹੈ, ਕੀ ਕਮੈਂਟਸ ਨੇ ਤੁਹਾਡੇ ਅੱਜ ਦੀ ਮੀਟਿੰਗ ਦੇ ਬਾਰੇ 'ਚ? ਸਿੱਧੂ ਸਾਹਿਬ, ਜੋ ਅੱਜ ਮੀਟਿੰਗ ਤੋਂ ਬਾਅਦ ਤੋਮਰ ਸਾਹਿਬ ਨੇ ਪ੍ਰੈਸ ਕਾਨਫਰੰਸ ਕੀਤੀ ਹੈ, ਮੈਂ ਬਹੁਤ ਧਿਆਨ ਨਾਲ ਸੁਣੀ ਹੈਗੀ ਹੈ, ਇੱਕ ਲਫ਼ਜ਼ ਧਿਆਨ ਨਾਲ ਸੁਣਿਆ, ਤੇ ਮੇਰੇ ਵਿਚਾਰ ਬਿਲਕੁਲ ਜੋ ਪੰਧੇਰ ਸਾਹਿਬ ਕਹਿੰਦੇ ਨੇ ਉਹਨਾਂ ਨਾਲ ਮੈਂ ਸਹਿਮਤ ਹਾਂ। ਤੇ ਤਲਖ ਸੱਚਾਈ ਇਹ ਹੈ
ਕਿ ਅਜੇ ਸਾਡੇ ਹੱਥ ਸਿਰਫ ਪੂਛ ਆਈ ਹੈ, ਅਜੇ ਹੱਥ ਹੀ ਰਹਿੰਦਾ ਹੈ ਜੀ ਪੂਛ ਹੱਥ ਆਈ ਹੈ ਆਪਣੀ, ਜੇ ਮੈਂ ਦੇਸੀ ਭਾਸ਼ਾ 'ਚ ਕਹਾਂ ਇਸ ਹਿਸਾਬ ਦੇ ਨਾਲ ਸਵੈ ਸਾਹਿਬ ਪੂਛ ਹੀ ਅੜ ਜਾਂਦੀ ਹੁੰਦੀ ਹੈ, ਉਹ ਪਹਿਲਾਂ ਹੱਥ ਜਾ ਗਈ, ਚੰਗੀ ਗੱਲ ਹੈ। ਵਿੱਚ ਨਾ ਬੋਲਿਆ ਕਰੋ ਪਲੀਜ਼, ਵਿੱਚ ਨਾ ਬੋਲਿਆ ਕਰੋ। ਨਹੀਂ ਮੈਂ ਤਾਂ ਨਾਰਮਲ ਕਮੈਂਟ ਤਾਂ ਸ਼ੁਰੂ ਹੀ ਪੁੱਠੇ ਪਾਸੇ ਤੋਂ ਕੀਤਾ, ਪੂਛ ਤੋਂ ਸ਼ੁਰੂ ਕੀਤਾ, ਮੇ ਹੱਥ ਹੀ ਰਹਿੰਦਾ ਹੈ, ਉਧਰੋਂ ਸ਼ੁਰੂ ਕਰਨਾ ਸੀਗਾ। ਜੋ ਇਹ ਕਹਿੰਦੇ ਨੇ ਨਾ ਜੀ, ਦੇਖੋ ਪ੍ਰਧਾਨ ਮੰਤਰੀ ਤੋਂ ਲੈ ਕੇ ਇਹਨਾਂ ਦੇ ਸਾਰੇ ਜਿਹੜੇ ਲੀਡਰ ਨੇ, ਮੰਤਰੀ ਨੇ, ਉਹ ਇਹ ਕਹਿੰਦੇ ਆ ਰਹੇ ਨੇ, ਕਾਨੂੰਨਾਂ ਦੀ ਤਾਰੀਫ ਅੱਜ ਵੀ ਕਰ ਰਹੇ ਨੇ। ਮੇਰੇ ਸਾਹਮਣੇ ਇਹ ਜਿਹੜਾ ਇੰਡੀਆ ਦਾ, ਹਿੰਦੁਸਤਾਨ ਦਾ ਸਭ ਤੋਂ ਵੱਡਾ ਅੰਗਰੇਜ਼ੀ ਦਾ ਅਖਬਾਰ ਤੇ ਸਭ ਤੋਂ ਅਥੈਂਟੀਕੇਟਡ ਜਿਹੜਾ ਹਿੰਦੂ ਅਖਬਾਰ ਜਿਹਨੂੰ ਕਹਿੰਦੇ ਨੇ ਆਪਾਂ, ਉਹਦੇ ਵਿੱਚ ਕੱਲ ਦੇ ਅਖਬਾਰ ਦੇ ਵਿੱਚ, ਇਹ 29 ਦਸੰਬਰ ਦਾ ਅਖਬਾਰ ਹੈ ਜੀ, ਕੱਲ ਦਾ ਮੰਗਲਵਾਰ ਦਾ, ਇਹ ਰਮੇਸ਼ ਚੰਦ ਜਿਹੜੇ ਨੀਤੀ ਆਯੋਗ ਦੇ ਮੈਂਬਰ ਨੇ, ਉਹਨਾਂ ਦਾ ਲੰਮਾ ਚੌੜਾ ਇੱਕ ਆਰਟੀਕਲ ਲਿਖਿਆ ਉਹਨਾਂ ਨੇ ਕੱਲ ਦੇ ਅਖਬਾਰ ਦੇ ਵਿੱਚ, ਜਿਹਦੇ ਬਾਰੇ ਉਹਨਾਂ ਨੇ ਕਿਹਾ ਹੈ ਕਿ ਜਿਹੜੇ ਤਿੰਨੋਂ ਕਾਨੂੰਨ ਨੇ, ਇਹ ਅਸੀਂ ਭਵਿੱਖ ਨੂੰ ਧਿਆਨ 'ਚ ਰੱਖ ਕੇ, ਕਿਸਾਨੀ ਨੂੰ ਧਿਆਨ 'ਚ ਰੱਖ ਕੇ ਲਿਆਂਦੇ ਨੇ। ਤੇ ਦੂਜੀ ਗੱਲ ਉਹਨੇ ਇਹ ਕੀਤੀ ਹੈਗੀ ਹੈ ਕਿ ਅਗਰ ਇਹ ਕਾਨੂੰਨ ਲਾਗੂ ਹੁੰਦੇ ਨੇ ਤਾਂ ਦੇਸ਼ ਦੀ ਜਿਹੜੀ ਦਿਹਾਤੀ ਜਿਹੜਾ ਆਰਥਿਕ ਢਾਂਚਾ ਹੈਗਾ, ਅਰਥਚਾਰਾ ਹੈਗਾ, ਉਹਦੇ ਵਿੱਚ ਇਹ ਕ੍ਰਾਂਤੀਕਾਰੀ ਸਾਬਤ ਹੋਣਗੇ। ਤੇ ਉਹਨਾਂ ਨੇ ਇੱਕ ਹੋਰ ਵੱਡੀ ਬਹੁਤ ਗੱਲ ਕੀਤੀ ਹੈ ਕਿ ਕਾਰਨ ਕੀ ਹੈ ਕਾਨੂੰਨ ਲਿਆਉਣ ਦਾ। ਉਹਨਾਂ ਨੇ ਕਿਹਾ ਕਿ ਦੇਸ਼ ਦੇ ਵਿੱਚ 60 ਲੱਖ ਟਨ ਸ਼ੂਗਰ ਜਾਣੀ ਕਿ ਜਿਹੜਾ ਖੰਡ ਦਾ ਸਟਾਕ ਪਿਆ ਹੈ, ਤੇ 72 ਮਿਲੀਅਨ ਟਨ ਜਿਹੜੇ ਆਪਣੇ ਕਣਕ ਤੇ ਝੋਨੇ ਦਾ, ਜਾਣੀ ਕਿ ਤਕਰੀਬਨ 7 ਕਰੋੜ ਜਿਹੜਾ ਟਨ ਹੈਗਾ, ਉਹ ਕਣਕ ਤੇ ਝੋਨੇ ਦਾ ਸਟਾਕ ਪਿਆ, ਜਿਹੜਾ ਕਹਿੰਦਾ ਸਾਡੇ ਵਾਸਤੇ ਇੱਕ ਬਹੁਤ ਵੱਡੀ ਪ੍ਰੋਬਲਮ ਹੈਗੀ ਦੇਸ਼ ਵਾਸਤੇ। ਜਾਣੀ ਕਿ ਉਹਨਾਂ ਦਾ ਮਕਸਦ ਇਹ ਹੈਗਾ ਕਿ ਇਹਨੂੰ ਬਾਹਰ ਕੱਢ ਦਿਓ, ਖਤਮ ਕਰ ਦਿਓ, ਖਰੀਦ ਬੰਦ ਕਰ ਦਿਓ। ਅਸਲ ਮਕਸਦ ਇਹ ਹੈਗਾ ਜੀ। ਸੋ ਅੱਜ ਵੀ ਸਾਨੂੰ ਜਿੱਥੋਂ ਦੇਖੋ ਡੈਡਲੌਕ ਟੁੱਟਿਆ, ਸਾਨੂੰ ਆਓ ਭਗਤ ਕਰਨੀ ਚਾਹੀਦੀ, ਸਵਾਗਤ ਕਰਨਾ ਚਾਹੀਦਾ ਹੈਗਾ। ਥੋੜ੍ਹਾ ਬਹੁਤਾ ਜੋ ਕੀਤਾ ਹੈ ਉਹਦੇ ਵਾਸਤੇ ਜਿੰਨਾ ਅਸੀਂ ਕਹਿੰਦੇ ਠੀਕ ਹੈ, ਡੈਡਲੌਕ ਟੁੱਟਿਆ ਚੱਲਿਆ, ਲੇਕਿਨ ਅਜੇ ਪੂਣੀ ਨਹੀਂ ਕੱਤੀ ਗਈ। ਅਸਲ ਜਿਹੜੀ ਡਿਮਾਂਡ ਹੈਗੀ ਹੈ ਸਾਡੀ, ਕਾਲੇ ਕਾਨੂੰਨ ਕਿੰਨੇ ਵਾਪਸ ਕਰਨ ਦੀ, ਉਹਦੇ ਤੇ ਸਰਕਾਰ ਦਾ ਸਟੈਂਡ ਬਿਲਕੁਲ ਨਹੀਂ ਬਦਲਿਆ। ਹਜੇ ਵੀ ਇਸ ਦੇ ਹੱਕ ਦੇ ਵਿੱਚ ਨੇ, ਸਿਰਫ ਤੇ ਸਿਰਫ ਗੱਲਾਂ ਬਾਤਾਂ ਨਾਲ ਜਿਹੜਾ ਹੈਗਾ ਉਹ ਗੱਲਬਾਤ ਕਰਕੇ ਜਿਹੜੀ ਹੈਗੀ ਇੱਕ ਸਭ ਮਕਸਦ ਮੀਟਿੰਗ ਕਰਕੇ ਰੱਖੀ ਦੇਖਾ ਕਰਾਂਗੇ। ਥੈਂਕ ਯੂ ਤੁਹਾਡਾ, ਇਸ ਕਰਕੇ ਤੁਹਾਡਾ ਵਿਊ ਪੁਆਇੰਟ ਆ ਗਿਆ। ਸਾਨੂੰ ਹੋਰ ਜ਼ਿਆਦਾ ਜਿਹੜਾ ਹੈਗਾ ਉਹ ਮਜ਼ਬੂਤ ਕਰਨਾ ਪਏਗਾ, ਤਿੱਖਾ ਕਰਨਾ ਪਏਗਾ। ਸਰਕਾਰ ਅੰਡਰ ਪ੍ਰੈਸ਼ਰ ਆਈ ਹੈ, ਲੇਕਿਨ ਹਜੇ ਹੋਰ ਪ੍ਰੈਸ਼ਰ ਦੀ ਲੋੜ ਹੈਗੀ ਹੈ, ਨਹੀਂ ਤਾਂ ਇਹਨਾਂ ਨੇ ਨਹੀਂ ਮੰਨਣਾ ਹੈਗਾ, ਬਿਲਕੁਲ ਨਹੀਂ ਮੰਨਣਾ ਹੈਗਾ। ਬਿਲਕੁਲ ਜਿਹੜਾ ਹੈਗਾ। ਥੈਂਕ ਯੂ ਸਿੱਧੂ ਸਾਹਿਬ। ਤੁਹਾਡੇ ਕੋਲ ਨੀਲ ਗਰਗ ਜੀ ਕਾਫੀ ਦੇਰ ਦੇ ਇੰਤਜ਼ਾਰ ਕਰ ਰਹੇ ਆ, ਮੈਂ ਲਵਾਂਗਾ ਜਵਾਬ ਤੁਹਾਡਾ। ਨੀਲ ਗਰਗ ਜੀ ਦੇ ਕਮੈਂਟਸ ਲੈ ਲਈਏ ਆਪਾਂ। ਗਰਗ ਸਾਹਿਬ ਜੀ, ਗਰਗ ਸਾਹਿਬ ਜਦੋਂ ਆਪਾਂ ਗੱਲ ਕਰਦੇ ਹਾਂ ਜੀ, ਕੇਂਦਰ ਤੇ ਜਿਹੜੀਆਂ ਸਰਕਾਰ ਦੀਆਂ ਜਿਹੜੀਆਂ ਅਧਿਕਾਰੀਆਂ ਦੀਆਂ, ਮੰਤਰੀਆਂ ਦੀਆਂ ਮੀਟਿੰਗਾਂ, ਕਿਸਾਨ ਜਥੇਬੰਦੀਆਂ ਦੇ ਨਾਲ ਜਿਹੜੀ ਅੱਜ ਮੀਟਿੰਗ ਹੋਈ ਹੈ, 4 ਜਨਵਰੀ ਦੀ ਫਿਰ ਮੀਟਿੰਗ ਰੱਖੀ ਗਈ ਹੈ, ਉਸ ਮੀਟਿੰਗ ਦੇ ਜਿਹੜੇ ਨਤੀਜੇ ਸਾਹਮਣੇ ਆਏ ਆ, ਗਰਗ ਸਾਹਿਬ ਕਿਵੇਂ ਦੇਖਦੇ ਹੋ ਉਹਨਾਂ ਨਤੀਜਿਆਂ ਨੂੰ? ਜਿਹੜੇ ਖਦਸ਼ੇ ਆ ਉਹਨਾਂ ਨੂੰ, ਖਦਸ਼ਿਆਂ ਨੂੰ ਕਿਵੇਂ ਦੇਖ ਰਹੇ ਹੋ? ਦੇਖੋ, ਜਿੱਦਾਂ ਪੰਧੇਰ ਸਾਹਿਬ ਨੇ ਆਖਿਆ, ਜਿਹੜੇ ਇਹ ਖਬਰਾਂ ਨੇ ਇਹ ਮੀਡੀਆ ਰਿਪੋਰਟਸ ਹੀ ਨੇ, ਕਿਉਂਕਿ ਹਾਲੇ ਕਿਸਾਨ ਜਥੇਬੰਦੀਆਂ ਨੇ ਆਫੀਸ਼ੀਅਲੀ ਆਪਣੀ ਜਿਹੜੀ ਹੈ ਬਾਹਰ ਆ ਕੇ ਇਸ ਦੇ ਉੱਤੇ ਪ੍ਰਤੀਕਿਰਿਆ ਨਹੀਂ ਦਿੱਤੀ ਹੈਗੀ ਹੈ। ਇਹ ਮੀਡੀਆ ਰਿਪੋਰਟਸ ਦੇ ਮੁਤਾਬਕ ਜਿਹੜਾ ਹੈਗਾ ਸਰਕਾਰ ਦੇ ਉੱਤੇ ਕੁਝ ਦਬਾਅ ਨਜ਼ਰ ਆ ਰਿਹਾ ਹੈਗਾ, ਔਰ ਜਿਹੜਾ ਜਿਹੜੀ ਕਿ ਖੜੋਤ ਆ ਗਈ ਸੀ ਇਸ ਗੱਲਬਾਤ ਦੇ ਵਿੱਚ, ਉਹ ਕਿਤੇ ਨਾ ਕਿਤੇ ਟੁੱਟੀ ਹੈ। ਕਿਉਂਕਿ ਇਹ ਜਿਹੜਾ ਹੈਗਾ ਅਸੀਂ ਦੇਖਦੇ ਹਾਂ ਕਿ ਜਿਹੜਾ ਕਿਸਾਨ ਅੰਦੋਲਨ ਹੈਗਾ, ਇਹ ਜਿਹੜਾ ਜਿਸ ਗਤੀ ਦੇ ਨਾਲ ਪੂਰੇ ਹਿੰਦੁਸਤਾਨ ਦੇ ਵਿੱਚ ਫੈਲਿਆ, ਇਹ ਉਸ ਚੀਜ਼ ਦਾ ਪ੍ਰੈਸ਼ਰ ਹੈ। ਔਰ ਇਸ ਜਿਹੜੀ ਕਿ ਅੰਦੋਲਨ ਦੇ ਵਿੱਚ 50 ਜਿਹੜੀਆਂ ਕੀਮਤੀ ਜਾਨਾਂ ਉਹਨਾਂ ਕਿਸਾਨਾਂ ਦੀਆਂ ਚਲੀ ਗਈਆਂ, ਉਹਨਾਂ ਨੇ ਸ਼ਹੀਦੀ ਪ੍ਰਾਪਤ ਕੀਤੀਆਂ, ਜੋ ਅੱਜ ਇਸ ਪੋਹ ਮਾਘ ਦੀ ਠੰਡ ਦੇ ਵਿੱਚ ਨੰਗੀ ਛੱਤ ਦੇ ਥੱਲੇ ਬੈਠ ਕੇ ਆਪਣੇ ਯਾਨੀ ਕਿ ਹੱਕਾਂ ਲਈ ਜਿਹੜਾ ਹੈਗਾ ਉਹ ਸੰਘਰਸ਼ ਕਰ ਰਹੇ ਨੇ। ਇਹਦੇ ਤੇ ਅਸੀਂ ਇੱਕ ਚੀਜ਼ ਕਹਿ ਸਕਦੇ ਹਾਂ, ਦੇਰ ਆਏ ਦਰੁਸਤ ਆਏ। ਜਿਹੜੀ ਸਰਕਾਰ ਅੱਜ ਗੱਲਬਾਤ ਕਰਨ ਨੂੰ ਤਿਆਰ ਹੋਈ ਹੈ, ਇਸ ਤੋਂ ਪਹਿਲਾਂ ਤਾਂ ਇਹ ਗੱਲਬਾਤ ਕਰਦੇ ਨਹੀਂ ਸੀ, ਪਰ ਗੱਲਬਾਤ ਕਰਦੇ ਹੋਏ ਦਿਖਾਈ ਦੇਣਾ ਚਾਹੁੰਦੇ ਸੀ। ਤੋ ਅੱਜ ਜੇ ਇਸ ਮੁਕਾਮ ਦੇ ਉੱਤੇ ਪਹੁੰਚੇ ਹੈਗੇ ਆ, ਇਹ ਲੋਕਾਂ ਦਾ ਪ੍ਰੈਸ਼ਰ ਹੈਗਾ, ਕਿਸਾਨਾਂ ਦੇ ਅੰਦੋਲਨ ਦੀ ਸਫਲਤਾ ਹੈਗੀ ਹੈ। ਪਰ ਇਹ ਜਿਹੜੀ ਗੱਲ ਇਹ ਵੀ ਸੱਚ ਹੈਗਾ, ਪੂਛ ਲੰਘੀ ਹੈ, ਹਾਲੇ ਹੱਥ ਹੀ ਰਹਿੰਦਾ ਹੈਗਾ। ਕਿਉਂਕਿ ਇਹ ਜਿਹੜੇ ਬਿੱਲ ਨੇ, ਚਾਹੇ ਅਮੈਂਡਮੈਂਟ ਹੈ ਜਿਹੜੀ ਕਿ ਇਲੈਕਟ੍ਰਿਸਿਟੀ ਅਮੈਂਡਮੈਂਟ 2020 ਹੈਗਾ, ਚਾਹੇ ਉਹ ਪੋਲਿਊਸ਼ਨ ਵਾਲਾ ਹੈਗਾ ਸੀ, ਤੇ ਅਮੈਂਡਮੈਂਟ ਬਿੱਲ ਤੇ ਹਾਲੇ ਖੈਰ ਲਾਗੂ ਹੀ ਨਹੀਂ ਹੋਇਆ, ਉਹ ਸਰਕਾਰ ਮੰਨ ਗਈ ਹੈ। ਲੇਕਿਨ ਇਹ ਸਾਨੂੰ ਸਮਝਣਾ ਚਾਹੀਦਾ, ਜਿਹੜਾ ਇਹ ਅੰਦੋਲਨ ਹੈਗਾ, ਜਿਹੜਾ ਇਹਦਾ ਮੂਲ ਮੰਤਰ ਹੈਗਾ, ਜਿਸ ਨੂੰ ਲੈ ਕੇ ਸ਼ੁਰੂ ਹੋਇਆ ਸੀ, ਉਹ ਤਿੰਨੋਂ ਕਾਲੇ ਕਾਨੂੰਨ ਹੈਗੇ ਹੈ।
ਤੇ ਸਰਕਾਰ ਖੁਦ ਮੰਨਦੀ ਹੈ ਕਿ ਉਹਦੇ ਵਿੱਚ 15 ਅਮੈਂਡਮੈਂਟਸ ਉਹ ਮੰਨ ਰਹੀ ਹੈਗੀ ਹੈ ਕਿ ਅਸੀਂ ਕਾਨੂੰਨ ਵਾਪਸ ਨਹੀਂ ਲੈਣੇ, ਇਹਦੇ ਵਿੱਚ ਸੋਧ ਕਰ ਦਿੰਦੇ ਆ। ਤੇ ਨਾਲ ਇਹ ਵੀ ਕਹਿੰਦੇ ਆ ਇਹਨਾਂ ਦੇ ਮੰਤਰੀ ਕਿ ਯਾਰ ਇਹ ਤਾਂ ਰਹਿਣ ਦਿਓ, ਹੁਣ ਤੱਕ ਖਾਲੀ ਪੀਪਾ ਰਹਿ ਗਿਆ। ਜਦੋਂ ਖਾਲੀ ਪੀਪਾ ਹੀ ਰਹਿ ਗਿਆ ਤਾਂ ਖਾਲੀ ਪੀਪੇ ਦਾ ਤੁਸੀਂ ਕਰਨਾ ਕੀ ਹੈ? ਸਾਨੂੰ ਸਮਝਣਾ ਚਾਹੀਦਾ ਕਿ ਲੋਕਤੰਤਰ ਦੇ ਵਿੱਚ ਲੋਕ ਵੱਡੇ ਹੁੰਦੇ ਆ, ਨੇਤਾ ਵੱਡੇ ਨਹੀਂ ਹੁੰਦੇ। ਇਸ ਸਰਕਾਰ ਨੂੰ ਜਾਂ ਪ੍ਰਧਾਨ ਮੰਤਰੀ ਸਾਹਿਬ ਨੂੰ ਇਹਨੂੰ ਨੱਕ ਦਾ ਸਵਾਲ ਨਹੀਂ ਬਣਾਉਣਾ ਚਾਹੀਦਾ। ਤੁਸੀਂ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਹੋ, ਲੋਕਾਂ ਨੇ ਵੋਟਾਂ ਪਾ ਕੇ ਤੁਹਾਨੂੰ ਚੁਣਿਆ ਹੈਗਾ, ਔਰ ਲੋਕਾਂ ਦੇ ਲਈ ਜੇ ਤੁਸੀਂ ਪਿੱਛੇ ਹਟ ਜਾਓਗੇ ਤੇ ਬਿੱਲ ਵਾਪਸ ਲੈ ਲਓਗੇ ਤੇ ਇਹਦੇ ਨਾਲ ਕੋਈ ਹੇਠੀ ਨਹੀਂ ਹੁੰਦੀ, ਤੁਹਾਡਾ ਕੱਦ ਵੱਡਾ ਹੀ ਹੋਏਗਾ। ਸੋ ਮੈਂ ਇਹ ਸਮਝਦਾ ਹੈਗਾ ਕਿ ਜਿੱਥੇ ਇਹ ਕਿਸਾਨਾਂ ਦੇ ਸੰਘਰਸ਼ ਦੀ ਜਿੱਤ ਹੈਗੀ ਹੈ, ਇਹ ਪੂਰੀ ਜਿੱਤ ਨਹੀਂ ਹੈ। ਪੂਰੀ ਜਿੱਤ ਤੇ ਉਦੋਂ ਹੋਏਗੀ ਜਦੋਂ ਇਹ ਖੇਤੀ ਕਾਨੂੰਨ ਜਿਹੜੇ ਹੈ, ਕਾਲੇ ਖੇਤੀ ਕਾਨੂੰਨ, ਉਹ ਵਾਪਸ ਹੋਣਗੇ। ਪਰ ਮੈਨੂੰ ਇਹ ਲੱਗਦਾ ਕਿ ਇਹਦੇ ਨਾਲ 4 ਤਰੀਕ ਵਾਲਾ ਜਿਹੜਾ ਹੈਗਾ ਗੱਲਬਾਤ ਹੈਗੀ ਹੈ, ਉਹ ਹੋਰ ਸਾਰਥਕ ਹੋ ਕੇ ਉਮੀਦ ਕਰ ਸਕਦੇ ਆ। ਜਿੱਥੇ 2020 ਸਾਡੇ ਲਈ ਪਹਿਲਾਂ ਮਹਾਮਾਰੀ ਲੈ ਕੇ ਆਇਆ ਤੇ ਲੇਕਿਨ ਇੱਕ ਚੰਗੀ ਜਾਣੀ ਕਿ ਉਮੀਦ ਇਹ ਲੈ ਕੇ ਆਇਆ ਕਿ ਪੂਰੇ ਹਿੰਦੁਸਤਾਨ ਨੂੰ ਇਕੱਠਾ ਕਰ ਦਿਓ ਕਿਸਾਨ ਅੰਦੋਲਨ ਦੇ ਰੂਪ ਦੇ ਵਿੱਚ, ਤੇ 2021 ਦੀ ਸ਼ੁਰੂਆਤ ਅੱਛੀ ਹੋਈ। ਓਕੇ, ਥੈਂਕ ਯੂ ਵੈਰੀ ਮਚ ਡਾਕਟਰ ਸਾਹਿਬ, ਤੁਹਾਡਾ ਵਿਊ ਪੁਆਇੰਟ ਆ ਗਿਆ। ਢਿੱਲੋਂ ਸਾਹਿਬ ਆਪਾਂ ਨੂੰ ਬ੍ਰੇਕ ਲੈਣੀ ਪੈਣੀ ਹੈ। ਬ੍ਰੇਕ ਤੋਂ ਬਾਅਦ ਮੈਂ ਤੁਹਾਡੇ ਵਾਲੀ ਸਵਾਲ ਲੈ ਕੇ ਆ ਰਿਹਾ। ਛੋਟੀ ਜਿਹੀ ਬ੍ਰੇਕ ਤੋਂ ਬਾਅਦ ਇਸੇ ਮੁੱਦੇ ਤੇ ਆ ਰਹੇ ਹਾਂ ਵਾਪਸ। ਦੁਨੀਆ ਭਰ ਦੀਆਂ ਨਜ਼ਰਾਂ ਖਾਸ ਤੌਰ ਤੇ ਜਿਹੜੇ ਖੇਤੀ ਮਾਮਲਿਆਂ ਨਾਲ ਜੁੜੇ ਹੋਏ ਹੈ, ਕੇਂਦਰ ਤੇ ਕਿਸਾਨ ਜਥੇਬੰਦੀਆਂ ਦੀ ਹੋਈ ਮੀਟਿੰਗ, ਉਸ ਮੀਟਿੰਗ ਦੇ ਸਿੱਟੇ ਨੂੰ ਕਿਸ ਤਰ੍ਹਾਂ ਦੇਖ ਰਹੇ ਆ, ਅਸੀਂ ਆਪਣੇ ਮਹਿਮਾਨਾਂ ਨਾਲ ਚਰਚਾ ਜਾਰੀ ਰੱਖਾਂਗੇ ਬ੍ਰੇਕ ਦੇ ਬਾਅਦ। ਨਜ਼ਰੀਏ ਦੀ ਡਿਬੇਟ ਦਰਸ਼ਕਾਂ ਦਾ ਸਵਾਗਤ। ਢਿੱਲੋਂ ਸਾਹਿਬ, ਜਿਸ ਮੁੱਦੇ ਤੇ ਆਪਾਂ ਚਰਚਾ ਕਰ ਰਹੇ ਹਾਂ, ਦੂਜੇ ਮਹਿਮਾਨਾਂ ਦੀ ਰਾਏ ਹੈ ਕਿ ਬਹੁਤ ਦੇਰ ਨਾਲ ਆਏ ਹੈ, ਦਬਾਅ ਕਰਕੇ ਜਿਹੜਾ ਹੈਗਾ ਕੇਂਦਰ ਆਇਆ, ਪਰ ਜਦ ਤੱਕ ਜਿਹੜੇ ਬੁਨਿਆਦੀ ਮੁੱਦੇ ਆ ਉਹਨਾਂ ਮੁੱਦਿਆਂ ਦਾ ਕੋਈ ਹੱਲ ਨਹੀਂ ਹੁੰਦਾ ਤਦ ਤੱਕ ਇਸ ਮਾਮਲੇ ਦਾ ਨਿਬੇੜਾ ਨਹੀਂ ਹੋ ਸਕਦਾ। ਚੰਗੀ ਸ਼ੁਰੂਆਤ ਜ਼ਰੂਰ ਹੈ, ਪਰ ਇਸ ਮਾਮਲੇ ਤੇ ਬਹੁਤਾ ਕੋਈ ਖੁਸ਼ ਹੋਣ ਵਾਲੀ ਗੱਲ ਵੀ ਇਹਦੇ ਨਜ਼ਰ ਨਹੀਂ ਆ ਰਹੀ। ਜੀ ਢਿੱਲੋਂ ਜੀ। ਸੰਧੂ ਸਾਹਿਬ, ਮੈਂ ਗੱਲ ਦੇ ਜਵਾਬ ਦੇਣਾ ਚਾਹੁੰਦਾ ਸੀ ਜਿਹੜੀ ਪਹਿਲਾਂ ਸਵੈਚ ਸਾਹਿਬ ਨੇ ਕੀਤੀ ਹੈ। ਸਵੈਚ ਸਾਹਿਬ ਨੇ ਕਿਹਾ, ਬਿਲਕੁਲ ਗੱਲ ਇਹ ਸੀਗੀ ਵੀ ਜਦੋਂ ਇੱਕ ਸਿਖਾਵੇਂ ਮਾਹੌਲ ਦੇ ਵਿੱਚ ਗੱਲਬਾਤ ਸ਼ੁਰੂ ਹੁੰਦੀ ਹੈ ਤਾਂ ਉਹਨੂੰ ਪੋਜ਼ਿਟਿਵਨੈਸ ਨਾਲ ਵੇਖਣਾ ਚਾਹੀਦਾ, ਪੋਜ਼ਿਟਿਵ ਐਟੀਟਿਊਡ ਦੇ ਨਾਲ ਵੇਖਣਾ ਚਾਹੀਦਾ, ਨਾ ਕਿ ਉਹਦੇ ਵਿੱਚ ਵੀ ਆਪਾਂ ਐਵੇਂ ਨਗੋਚਾਂ ਕੱਢਣ ਲੱਗ ਪਈਏ ਕਿਤੇ ਜੀ ਪੂਛ ਨਿਕਲੀ ਹੈ, ਹਾਥੀ ਰਹਿ ਗਿਆ, ਕੁਛ ਰਹਿ ਗਿਆ। ਮੈਂ ਬੜਾ ਲਾਈਟਰ ਮੋਡ 'ਚ ਕਿਹਾ ਸੀਗਾ ਆਪਣਾ ਸਵੈਚ ਸਾਹਿਬ ਕਿ ਅਸਲ 'ਚ ਪੂਛ ਹੀ ਅੜੀ ਰਹਿ ਜਾਂਦੀ ਹੁੰਦੀ ਆ, ਹਾਥੀ ਅਕਸਰ ਨਿਕਲ ਜਾਂਦਾ। ਆਪਾਂ ਇਹ ਕਹਾਵਤ ਬਣੀ ਹੋਈ ਹੈ, ਤੇ ਜੇ ਪੂਛ ਪਹਿਲਾਂ ਨਿਕਲ ਗਈ ਤਾਂ ਹਾਥੀ ਵੀ ਨਿਕਲ ਜਾਏਗਾ। ਗੱਲ ਇੰਨੀ ਹੈ ਵੀ ਕੀ ਜਿਹੜੇ ਬਾਕੀ ਦੇ ਮਾਹਿਰ ਨੇ, ਖੇਤੀਬਾੜੀ ਦੇ ਮਾਹਿਰ ਨੇ, ਕਾਨੂੰਨ ਦੇ ਮਾਹਿਰ ਨੇ, ਉਹ ਸਾਰੇ ਕੋਈ ਐਵੇਂ ਦੀ ਗੱਲ ਤਾਂ ਨਹੀਂ ਕਿ ਉਹਨਾਂ ਨੇ ਬਿਨਾਂ ਸੋਚੇ ਸਮਝੇ ਕੋਈ ਕਾਨੂੰਨ ਬਣਾ ਦਿੱਤੇ ਹੋਣਗੇ। ਕੁਛ ਕਮੀਆਂ ਪੇਸ਼ੀਆਂ ਰਹਿ ਜਾਂਦੀਆਂ। ਤੁਹਾਡਾ ਨਜ਼ਰੀਆ ਕੁਛ ਹੋਰ ਹੋ ਸਕਦਾ ਹੈ, ਗਰਗ ਸਾਹਿਬ ਦਾ ਨਜ਼ਰੀਆ ਕੁਛ ਹੋਰ ਹੋ ਸਕਦਾ ਹੈ, ਮੇਰੇ ਇੱਧਰੋਂ ਵੇਖਣ ਦਾ ਨਜ਼ਰੀਆ ਕੁਛ ਹੋਰ ਹੋ ਸਕਦਾ, ਪਰ ਇਹ ਨਹੀਂ ਹੁੰਦਾ ਕਿ ਕਦੀ ਵੀ ਕੋਈ ਸਰਕਾਰ ਟੋਟਲੀ ਐਂਟੀ ਪਬਲਿਕ ਦੇ ਬਿੱਲ ਬਣਾ ਦੇਵੇ ਜਾਂ ਐਂਟੀ ਪਬਲਿਕ ਦੇ ਕਾਨੂੰਨ ਬਣਾ ਦੇ। ਇੱਦਾਂ ਕਦੀ ਨਹੀਂ ਹੁੰਦਾ। ਔਰ ਦੂਜੀ ਗੱਲ, ਤੁਸੀਂ ਇਹ ਕਿਹਾ ਸੀਗਾ ਕਿ ਲੇਖ ਦੇ ਵਿੱਚ ਲਿਖਿਆ ਗਿਆ ਹੈ ਕਿ ਜੀ ਸਾਡੇ ਕੋਲ ਇੰਨੇ ਟਨ ਜਿਹੜਾ ਹੈ ਉਹ ਝੋਨਾ ਪਿਆ, ਚਾਵਲ ਪਏ ਨੇ, ਇੰਨੇ ਟਨ ਸਾਡੇ ਕੋਲੇ ਸ਼ੂਗਰ ਪਈ ਹੈ। ਤੇ ਗਵਰਨਮੈਂਟ ਦਾ ਇਹ ਵੀ ਕੰਮ ਹੁੰਦਾ ਕਿ ਸਾਡੇ ਕੋਲੇ ਕਿਹੜੀ ਕ੍ਰੌਪ ਦੀ ਲੋੜ ਹੈ ਔਰ ਅਸੀਂ ਉਸ ਪਾਸੇ ਨੂੰ ਵਧੀਏ, ਕੀ ਅਸੀਂ ਐਕਸਪੋਰਟ ਕਰ ਸਕਦੇ ਹਾਂ, ਸਾਡੇ ਕੋਲੇ ਵਿਦੇਸ਼ੀ ਜਿਹੜਾ ਕਰੰਸੀ ਆ ਉਹ ਕਿਵੇਂ ਆ ਸਕਦੀ ਹੈ, ਇਹ ਵੀ ਸੋਚਣਾ ਗਵਰਨਮੈਂਟ ਦਾ ਕੰਮ ਹੈ। ਜੇ ਸਾਡੇ ਕੋਲੇ ਮੰਨ ਲਓ 3 ਸਾਲ ਦਾ ਰਾਸ਼ਨ ਆਲਰੇਡੀ ਸਾਡੇ ਘਰ ਦੇ ਵਿੱਚ ਪਿਆ ਹੋਇਆ ਹੈ, ਯਾਨੀ ਸਾਡੇ ਦੇਸ਼ 'ਚ ਪਿਆ ਹੋਇਆ, ਅਸੀਂ ਫੇਰ ਉਹੀ ਬੀਜੀ ਜਾਈਏ ਔਰ ਉਹ ਇੱਕ ਪਾਸੇ ਸੜਦਾ ਰਹੇ ਔਰ ਕਿਸਾਨ ਨੂੰ ਉਹਦਾ ਕੋਈ ਫਾਇਦਾ ਵੀ ਨਾ ਹੋਵੇ, ਉਹਦੀ ਬਜਾਏ ਜੇ ਅਸੀਂ ਕੋਈ ਬਦਲਵੀਂ ਖੇਤੀ ਕਰਦੇ। ਇੱਕ ਮਿੰਟ ਸਿੱਧੂ ਸਾਹਿਬ ਇੱਕ ਮਿੰਟ, ਜੇ ਅਸੀਂ ਕੋਈ ਬਦਲਵੀਂ ਖੇਤੀ ਕਰਦੇ ਹਾਂ, ਸਰਕਾਰ ਉਹਦੇ ਲਈ ਸਾਨੂੰ ਕੋਈ ਪ੍ਰਾਵਧਾਨ ਦਿੰਦੀ ਹੈ, ਇਹਦੇ 'ਚ ਕੋਈ ਗਲਤ ਗੱਲ ਕਿਹੜੀ ਹੈ? ਮੈਨੂੰ ਨਹੀਂ ਸਮਝ ਲੱਗੀ ਇਸ ਗੱਲ ਦੀ। ਅੱਜ ਅਸੀਂ ਆਤਮ ਨਿਰਭਰ ਭਾਰਤ ਬਣਾਉਣ ਵਾਲੇ ਪਾਸੇ ਤੁਰੇ ਹਾਂ, ਅਸੀਂ ਅੱਜ ਆਤਮ ਨਿਰਭਰ ਭਾਰਤ ਬਣਾਉਣ ਵਾਲੇ ਪਾਸੇ ਤੁਰੇ ਹਾਂ। ਬਹੁਤ ਸਾਰੇ ਪ੍ਰੋਡਕਟਸ ਐਸੇ ਨੇ ਜਿਹੜੇ ਆਪਾਂ ਬਾਹਰੋਂ ਖਰੀਦਦੇ ਹਾਂ, ਬਾਹਰੋਂ ਮੰਗਾਉਂਦੇ ਹਾਂ। ਜੇ ਉਹ ਸਾਡੇ ਦੇਸ਼ ਦੇ ਵਿੱਚ ਪ੍ਰੋਡਿਊਸ ਹੋਣ ਲੱਗ ਜਾਣ ਔਰ ਕਿਸਾਨ ਉਹਨਾਂ ਨੂੰ ਉਗਾਵੇ ਔਰ ਪ੍ਰੋਸੈਸਿੰਗ ਹੋ ਕੇ ਉਹਦੀ ਵਧੀਆ ਪੈਕੇਜਿੰਗ ਹੋਵੇ, ਜੇ ਆਪਾਂ ਵਰਲਡ ਲੈਵਲ ਤੇ ਉਹਨੂੰ ਵੇਚ ਸਕੀਏ, ਇਹਦੇ 'ਚ ਘਾਟਾ ਕਿਹਦਾ? ਮੈਨੂੰ ਸਮਝ ਲੱਗਦੀ। ਆਪਾਂ ਲਕੀਰ ਦੇ ਫਕੀਰ ਨਾ ਬਣਿਆ ਕਰੀਏ, ਸਾਡੇ ਕੋਲ ਬਹੁਤ ਸਾਰੀਆਂ ਆਪਸ਼ਨ ਨੇ, ਇਹਨਾਂ ਨੂੰ ਅਸੀਂ ਕਰ ਸਕਦੇ ਹਾਂ। ਓਕੇ ਢਿੱਲੋਂ ਸਾਹਿਬ, ਮੈਂ ਸਵਾਲ ਲੈਣਾ ਚਾਹਾਂਗਾ ਢਿੱਲੋਂ ਸਾਹਿਬ ਸਵਾਲ ਲੈਣਾ ਚਾਹਾਂਗਾ। ਤੁਸੀਂ ਕਹਿ ਰਹੇ ਹੋ ਕਿ ਵੀ ਸਾਡੇ ਕੋਲੇ ਬਹੁਤ ਸਾਰੇ ਜਿਹੜੇ ਕਿ ਗੋਡਾਊਨਸ, ਆਪਾਂ ਸ਼ੂਗਰ ਦੀ ਗੱਲ ਕਰਦੇ ਹਾਂ, ਆਪਾਂ ਕਣਕ ਦੀ ਗੱਲ ਕਰਦੇ ਹਾਂ, ਜਾਂ ਇਸੇ ਤਰੀਕੇ ਨਾਲ ਚਾਵਲ ਦੀ ਗੱਲ ਕਰਦੇ ਹਾਂ, ਭਰੇ ਪਏ ਹੈ। ਉਹ ਹੈਗਾ ਕਿ ਫਸਲੀ ਵਿਭਿੰਨਤਾ, ਡਿਵਰਸੀਫਿਕੇਸ਼ਨ,
ਫਸਲੀ ਵਿਭਿੰਨਤਾ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਜਿਹੜੇ ਨਵੇਂ ਕਾਨੂੰਨ ਆਏ ਹੈ ਉਹਦੇ ਢਿੱਲੋਂ ਸਰ ਡਿਵਰਸੀਫਿਕੇਸ਼ਨ ਦੀ ਕੋਈ ਉਹਨੂੰ ਤਾਂ ਟੱਚ ਹੀ ਨਹੀਂ ਕੀਤਾ ਗਿਆ। ਪੰਜਾਬ ਦਾ ਸਭ ਤੋਂ ਵੱਡਾ ਭੁਗਤਭੋਗੀ ਹੈ, ਇਹਦੇ ਲਈ ਕੌਣ ਜ਼ਿੰਮੇਵਾਰ ਹੈ? ਚਾਵਲ ਜਿਹੜੇ ਪੰਜਾਬ ਦੇ ਵਿੱਚ ਉਗਾਉਣੇ ਸ਼ੁਰੂ ਕੀਤੇ ਗਏ, ਝੋਨਾ ਜਿਹੜਾ ਪੰਜਾਬ 'ਚ ਆਇਆ, ਕਣਕ ਤੇ ਝੋਨੇ ਦਾ ਜਿਹੜਾ ਫਸਲੀ ਚੱਕਰ ਬਣਿਆ, ਇਹ ਡਿਵਰਸੀਫਿਕੇਸ਼ਨ ਤਾਂ ਹੀ ਟੁੱਟੇਗੀ ਨਾ ਜੇ ਕੇਂਦਰ ਵੱਲੋਂ ਕੋਈ ਪੰਜਾਬ ਸਰਕਾਰ ਨੂੰ ਬਹੁਤ ਵੱਡੀ ਪੱਧਰ ਤੇ ਕੋਈ ਏਡ ਮਿਲੇਗੀ, ਕੋਈ ਮਦਦ ਮਿਲੇਗੀ, ਉਹਦੇ ਲਈ ਫੰਡਸ ਆਉਣਗੇ। ਫੰਡਸ ਤਾਂ ਆਉਣੇ ਨਹੀਂ, ਡਿਵਰਸੀਫਿਕੇਸ਼ਨ ਕਿੱਦਾਂ ਹੋਏਗੀ? ਕਿਸਾਨ ਦੀ ਸਿੱਧੂ ਸਾਹਿਬ ਇਹੋ ਤੇ ਲੁੱਟਿਆ ਗਿਆ, ਪੰਜਾਬ ਨਹੀਂ ਇਹੋ ਤੇ ਵਿਡੰਬਨਾ ਹੈ, ਪਾਣੀ ਲੁੱਟਿਆ ਗਿਆ, ਨਾਲੇ ਕਿਸਾਨ ਲੁੱਟਿਆ ਗਿਆ। ਸਿੱਧੂ ਸਾਹਿਬ ਇਹੋ ਵਿਡੰਬਨਾ ਹੈ, ਜਦੋਂ ਕੋਈ ਸਰਕਾਰ ਕੁਝ ਕਰਨ ਵਾਲੇ ਪਾਸੇ ਨੂੰ ਤੁਰਦੀ ਹੈ ਤੇ ਬਹੁਤ ਸਾਰੇ ਜਿਹੜੇ ਪਛਾਂ ਖਿੱਚੂ ਵਿਚਾਰ ਹੁੰਦੇ ਨੇ ਉਹਨਾਂ ਨੂੰ ਆਪਾਂ ਲੈ ਕੇ ਕਈ ਵਾਰੀ ਅੱਗੇ ਤੁਰ ਪੈਂਦੇ ਹਾਂ। ਹੁਣ ਗੱਲ ਆਈ ਕਿ ਗਡਾਊਨ ਬਣਾਉਣ ਦੀ, ਵੱਡੇ ਵੱਡੇ ਉਹ ਸ਼ੈਲਟਰ ਬਣਾਉਣ ਦੀ। ਜੇ ਸਾਡੀਆਂ ਕੋਈ ਸਬਜ਼ੀਆਂ ਜਾਂ ਦੂਜਾ ਕੋਈ ਫਰੂਟ ਹੈ ਅਸੀਂ ਉਗਾਉਂਦੇ ਹਾਂ, ਕੱਲ੍ਹ ਨੂੰ ਉਹ ਖਰਾਬ ਨਾ ਹੋ ਜਾਏ, ਉਹਦੇ ਵਾਸਤੇ ਕੋਈ ਆਪਾਂ ਨੇ ਕੋਈ ਅਰੇਂਜਮੈਂਟਸ ਕੀਤੇ ਨੇ ਤਾਂ ਕਹਿਤਾ ਜੀ ਇਹ ਤਾਂ ਅਦਾਨੀਆਂ ਦੇ ਬਣ ਗਏ, ਇੱਥੇ ਇਹ ਤਾਂ ਲੁੱਟ ਲੈਣਗੇ, ਸਾਡੀਆਂ ਜ਼ਮੀਨਾਂ ਖਾ ਜਾਣਗੇ, ਸਾਡਾ ਤਾਂ ਵੱਟ 'ਤੇ ਨਹੀਂ ਚੜ੍ਹਨ ਦੇਣਾ ਅਸੀਂ। ਅੱਜ ਮੈਨੂੰ ਇੱਕ ਗੱਲ ਦੱਸੋ, ਹਿਮਾਚਲ ਦੇ ਵਿੱਚ ਤਕਰੀਬਨ ਜਿਹੜੀ ਸੇਬ ਦੀ ਖੇਤੀ ਹੁੰਦੀ ਹੈ, ਉਹ ਲੱਗਣ ਸੇਬ ਦੇ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਉਹਦਾ ਵਪਾਰੀ ਜਾ ਕੇ ਦਾਮ ਲਾ ਆਉਂਦੇ ਨੇ ਵੀ ਆਹ ਤੇਰੇ ਖੇਤ ਦਾ ਜਿਹੜਾ ਇੰਨੇ ਕੀਮਤ ਦੇ ਮੈਂ ਸੇਬ ਖਰੀਦੂੰਗਾ। ਉਹ ਕੰਟਰੈਕਟ ਫਾਰਮਿੰਗ ਉਹਨੂੰ ਕਿਹਾ ਜਾਂਦਾ। ਉਹ ਕੀ ਉਹ ਜ਼ਮੀਨਾਂ ਖਾ ਗਏ ਜਿਹੜੇ ਇੱਥੋਂ ਦੇ ਵਪਾਰੀ ਗਏ, ਉਹ ਕ੍ਰੌਪ ਦੀ ਇੱਕ ਹੋਣੀ ਹੈ। ਸੋ ਇਹ ਗੱਲਾਂ ਜਿਹੜੀਆਂ ਬਤਾਈਆਂ ਜਾਂਦੀਆਂ ਨੇ ਨਾ। ਜੀ ਸਰ, ਅੱਜ ਹੀ ਮੱਧ ਪ੍ਰਦੇਸ਼ ਦੀ ਬਹੁਤ ਵੱਡੀ ਖਬਰ ਹੈ ਕਿ ਉੱਥੇ ਸੈਂਕੜੇ ਜਿਹੜੇ ਹੈਗੇ ਕਿਸਾਨ ਹੈ, ਉਹਨਾਂ ਦੇ ਨਾਲ ਜਿਹੜਾ ਹੈਗਾ ਕੰਪਨੀਆਂ ਨੇ ਠੱਗੀ ਮਾਰੀ ਹੈ। ਉਹਨਾਂ ਨਾਲ ਕੰਟਰੈਕਟ ਕਰਕੇ ਮੁੜ ਕੇ ਜਿਹੜਾ ਉਹਨਾਂ ਦੇ ਮੁਤਾਬਕ ਉਹਨਾਂ ਨੂੰ ਭਾਅ ਨਹੀਂ ਦਿੱਤੇ ਗਏ ਤੇ ਵਿੱਚ ਹੀ ਛੱਡ ਕੇ ਦੌੜ ਗਿਆ। ਮੀਡੀਆ ਦੀ ਬਹੁਤ ਵੱਡੀ ਖਬਰ ਹੈ। ਪੁਲਿਸ ਮੁੱਦੇ ਤੇ ਬਿਲਕੁਲ ਹੈਗੀ ਆ। ਮੈਂ ਤੁਹਾਨੂੰ ਉਹੀ ਕਹਿਣ ਲੱਗਾ ਕਿ ਅਸੀਂ ਇਹ ਪਹਿਲਾਂ ਸੀਗਾ ਕਿ ਪੈਨ ਕਾਰਡ ਦੇ ਆਧਾਰ ਦੇ ਉੱਤੇ ਤੁਸੀਂ ਜਿਹੜਾ ਉਹ ਵਪਾਰੀ ਨੂੰ ਦੇ ਦਿਓਗੇ ਇਜਾਜ਼ਤ, ਪਰ ਇਹ ਆਪਣਾ ਜਦੋਂ ਆਈ ਗੱਲ ਸਾਹਮਣੇ, ਸਰਕਾਰ ਨੇ ਬਿਲਕੁਲ ਕਿਹਾ ਕਿ ਉਹਦੀ ਰਜਿਸਟ੍ਰੇਸ਼ਨ ਹੋਵੇ, ਉਦੋਂ ਵੀ ਬਕਾਇਦਾ ਉਹਨੂੰ ਟੈਕਸ ਦੇ ਦਾਇਰੇ 'ਚ ਵੀ ਲੈ ਆਵਾਂਗੇ। ਇਹ ਗੱਲਾਂ ਤਾਂ ਮੰਨ ਲਈਆਂ ਆਲਰੇਡੀ ਸਾਰੀਆਂ ਜਿਹੜੀਆਂ ਨੇ। ਤੇ ਹੁਣ ਉਹ ਐਵੇਂ ਨਾ ਆਪਾਂ ਰਿੜਕੀ ਜਾਈਏ ਉਸ ਚੀਜ਼ ਨੂੰ। ਚਲੋ ਇਸ ਮੁੱਦੇ ਤੇ ਜਿਹੜੇ ਖੇਤੀ ਕਰਨ ਵਾਲੇ ਕਿਸਾਨ, ਆਪਾਂ ਵੀ ਜੱਟਾਂ ਵਾਲੀ ਅੜੀ ਛੱਡ ਕੇ ਵਿਚਲਾ ਰਾਹ ਕੱਢਣ ਵਾਲੇ ਪਾਸੇ ਤੁਰ ਗਏ। ਓਕੇ ਥੈਂਕ ਯੂ ਕਰਕ ਸਾਹਿਬ। ਮੈਂ ਆ ਰਿਹਾ ਤੁਹਾਡੇ ਵੱਲ। ਪੰਦੇਸ਼ ਸਾਹਿਬ ਦੇ ਕਮੈਂਟਸ ਲੈਣਾ ਚਾਹੁੰਦਾ ਮੈਂ। ਪੰਦੇਸ਼ ਜੀ, ਤੁਸੀਂ ਸੁਣੀ ਆ ਗੱਲ ਜਿਹੜੀ ਢਿੱਲੋਂ ਸਾਹਿਬ ਕਹਿ ਰਹੇ ਡਿਵਰਸੀਫਿਕੇਸ਼ਨ ਦੀ ਗੱਲ ਕਰਦੇ ਆ, ਉਹ ਉਹਨਾਂ ਨੇ ਹਿਮਾਚਲ ਦੀ ਐਗਜ਼ਾਮਪਲ ਦਿੱਤੀ ਹੈ। ਉਹ ਕਹਿੰਦੇ ਵੀ ਆਪਾਂ ਜਿਹੜਾ ਹੈਗਾ ਪੁਰਾਣੀਆਂ ਲਕੀਰ ਦੇ ਫਕੀਰ ਕਿਉਂ ਬਣੇ ਆ? ਜੇ ਕੋਈ ਚੰਗਾ ਬਦਲਾਵ ਆ ਰਿਹਾ ਤਾਂ ਉਹਦੇ ਲਈ ਹਮਾਇਤੀ ਕਿਉਂ ਨਹੀਂ ਬਣਦੇ? ਪੰਦੇਸ਼ ਸਾਹਿਬ ਢਿੱਲੋਂ ਸਾਹਿਬ ਨੇ ਜਿਸ ਮੁੱਦੇ ਤੇ ਗੱਲ ਕੀਤੀ ਹੈ, ਉਹਨਾਂ ਨੇ ਕਿਹਾ ਕਿ ਡਿਵਰਸੀਫਿਕੇਸ਼ਨ ਦੀ ਆਪਾਂ ਗੱਲ ਕਰਦੇ ਹਾਂ। ਉਹਨਾਂ ਨੇ ਹਿਮਾਚਲ ਦੀ ਗੱਲ ਕੀਤੀ ਹੈ ਕਿ ਜਿੱਥੇ ਕੰਟਰੈਕਟ ਫਾਰਮ ਰਾਹੀਂ ਵਪਾਰੀ ਪਹਿਲਾਂ ਹੀ ਜਾ ਕੇ ਫਸਲਾਂ ਖਰੀਦਦੇ, ਚੰਗੇ ਭਾਅ ਲੈਂਦੇ ਹੈ, ਤਾਂ ਅਸੀਂ ਲਕੀਰ ਦੇ ਫਕੀਰ ਕਿਉਂ ਬਣੇ ਆ? ਪੁਰਾਣੀਆਂ ਲੀਹਾਂ ਛੱਡ ਕੇ ਸਾਨੂੰ ਨਵੀਆਂ ਲੀਹਾਂ ਅਪਣਾਉਣ ਦੀ ਜ਼ਰੂਰਤ ਹੈ। ਪੰਦੇਸ਼ ਜੀ, ਕਿਵੇਂ ਦੇਖਦੇ ਹੋ? ਕਿਉਂ ਤੁਸੀਂ ਜਿਹੜਾ ਹੈਗਾ ਲੱਖਾਂ ਕਿਸਾਨ ਲੈ ਕੇ ਦਿੱਲੀ ਦੇ ਬਾਰਡਰ ਤੇ ਬੈਠੇ ਹੋ? ਦੇਖੋ, ਇਹ ਗੱਲ ਫਿਰ ਪੁਰਾਣੀ ਉੱਥੇ ਹੀ ਆ ਗਈ ਜਿੱਥੋਂ ਸ਼ੁਰੂ ਹੁੰਦੀ ਆ। ਅਸੀਂ ਸਾਫ਼ ਹੋ ਗਏ ਆ ਵੀ ਜਿਹੜੇ ਨੀਤੀਆਂ ਦੇ ਸਭ ਤੋਂ ਵੱਡੇ ਆਕਾਂ ਨੇ ਦੁਨੀਆ 'ਚ, ਅਮਰੀਕਾ 7 ਦਹਾਕੇ ਪਹਿਲੋਂ ਕਰ ਲੈਣ ਵਿਚਾਰਧਾਰਾ, ਉੱਥੇ ਕੀ ਫੇਲ ਨਹੀਂ ਹੋਏ? ਕੀ ਅੱਜ ਅਮਰੀਕਾ ਦੇ ਜਿੱਡੇ ਵੱਡੇ ਫਾਰਮ ਨੇ, ਕੀ ਉਹਨਾਂ ਦੇ ਕਿਸਾਨਾਂ 'ਚ $450 ਬਿਲੀਅਨ ਦਾ ਕਰਜ਼ਾ ਨਹੀਂ ਹੈਗਾ? ਕੀ ਉੱਥੇ ਹੁਣ 2% ਖੇਤੀ ਰਹਿ ਗਈ ਆ? ਯੂਰਪ ਦੇ ਵਿੱਚ ਖੇਤੀ ਤੋਂ ਬਾਹਰ ਨਹੀਂ ਜਾ ਰਹੇ ਕਿਸਾਨ ਹੁਣ। ਤੇ ਜਿਹੜੇ 7 ਦਹਾਕਾ ਉੱਥੇ ਫੇਲ ਹੋ ਚੁੱਕੇ ਕਾਨੂੰਨ ਆ ਭਾਈ, ਉਹਨਾਂ ਨੂੰ ਭਾਰਤ 'ਚ ਲਿਖੇ ਲਾ ਕੇ ਕਿੱਥੇ ਜਾ ਰਿਹਾ? ਚਲੋ ਇਹ ਨਾ ਸਮਝੋ ਡੇਅਰੀ ਖੇਤਰ ਹੋ ਗਿਆ, ਫਿਸ਼ ਫਾਰਮ ਦਾ ਖੇਤਰ ਹੋ ਗਿਆ, ਸੂਰ ਪਾਲਣ ਦਾ ਖੇਤਰ ਹੋ ਗਿਆ, ਸ਼ਹਿਦ ਮੱਖੀ ਫਾਰਮ ਦਾ ਕਾਲ, ਜਿਹੜੇ ਪ੍ਰਧਾਨ ਮੰਤਰੀ ਜੀ ਬੋਲ ਚੁੱਕੇ ਆ, ਉਹਨਾਂ ਕਿਸਾਨਾਂ ਦੇ ਆંકੜੇ ਕਢਾ ਕੇ ਸਾਨੂੰ ਦੇ ਦਿਓ। ਪ੍ਰਾਈਵੇਟ ਖੇਤਰ ਹੀ ਆ ਵੀ ਉਹਨਾਂ ਸਿਰ ਤੇ ਕਰਜ਼ਾ ਵੀ ਹੈਗਾ, ਉਹਨਾਂ ਦੇ ਗੁਜ਼ਾਰੇ ਕਿਹੜੇ ਚੰਗੇ ਹੋਣਦੇ ਆ। ਕੱਲੀ ਤਾਂ 6% ਹੀ ਖਰੀਦ ਹੋ ਰਹੀ ਆ ਭਾਰਤ ਦੇ ਵਿੱਚ MSP ਤੇ। ਬਾਕੀ ਬਿਹਾਰ ਵਾਲਿਆਂ ਦਾ ਹਾਲ ਦੇਖ ਲਈਏ, ਅਸੀਂ ਬਿਹਾਰ ਵਾਲੇ ਸਾਨੂੰ ਆ ਕੇ ਮਿਲੇ ਨੇ ਆਗੂ, 900 ਰੁਪਏ ਤੋਂ ਵੱਧ ਉਹਨਾਂ ਦਾ ਝੋਨਾ ਨਹੀਂ ਵਿਕਦਾ ਹੈਗਾ। ਯੂਪੀ ਤੋਂ ਘੱਟ ਕੀਮਤ ਤੇ ਖਰੀਦ ਕੇ ਫਸਲਾਂ ਪੰਜਾਬ ਵਿੱਚ ਧੋਈਆਂ ਜਾ ਰਹੀਆਂ ਨੇ। ਸੋ ਖੇਤਰ ਤੁਹਾਡਾ ਪਿੱਟ ਚੁੱਕਾ ਵਾ। ਸਬਜ਼ੀਆਂ ਸਾਡੇ ਪੰਜਾਬ ਚ ਪ੍ਰਾਈਵੇਟ ਵਿਕਦੀਆਂ, ਹੁਣ ਕਿਸਾਨਾਂ ਦਾ ਕਿਹੜਾ ਚੰਗਾ ਹਾਲ ਹੈ? ਹਾਲਾਤ ਤਾਂ ਵੱਧ ਤੋਂ ਬੱਤਰ ਹੈ। ਉੱਥੇ ਹਾਲਾਤ ਸਰਕਾਰ ਦੇ ਆંકੜਿਆਂ ਮੁਤਾਬਕ ਵਧੀਆ, ਜਿੱਥੇ ਸਰਕਾਰੀ ਖਰੀਦ ਦੀ ਗਰੰਟੀ ਆ, ਘੱਟੋ ਘੱਟ ਖਰੀਦ ਦੀ ਗਰੰਟੀ ਤਾਂ ਹੈ ਨਾ। ਸੋ ਇਸ ਕਰਕੇ ਡਿਬੇਟ ਕੋਈ ਚੰਗੀ ਨਹੀਂ ਹੈ। ਫਿਰ ਆਪਾਂ ਫਾਸੀ ਲੈ ਰਹੇ ਹਾਂ
ਜਦੋਂ ਅਸੀਂ ਇਹ ਗੱਲ ਕਹਿ ਰਹੇ ਵੀ ਕਾਨੂੰਨ ਸਾਡੇ ਠੀਕ ਨੇ, ਫਿਰ ਉਹਦੀ ਗੱਲ ਤਾਂ ਫਿਰ ਅੜਿੱਕਾ ਬਣੂ ਨਾ। ਫਿਰ ਉਹ ਇਹੀ ਗੱਲਾਂ ਪੁਰਾਣੀਆਂ ਨੇ, ਜਿੱਥੋਂ ਸ਼ੁਰੂ ਕੀਤੀਆਂ ਉੱਥੇ ਆ ਗਈਆਂ। ਇਹ ਦੋ ਪੱਖ ਨੇ। ਅਸੀਂ ਕਹਿੰਦੇ ਰੱਦ ਕਰ ਦਿਓ, ਤੁਸੀਂ ਸਾਡੇ ਲਈ ਲੈ ਕੇ ਆਏ ਜੀ, ਜਿਨ੍ਹਾਂ ਨੇ ਲੈ ਕੇ ਆਏ ਜੀ ਅਸੀਂ ਕਹਿੰਦੇ ਸਾਡੇ ਲਈ ਘੱਟ ਕੇ ਆਏ। ਕਾਰਪੋਰੇਟ ਘਰਾਣੇ ਤੇ ਕਬਜ਼ਾ ਕਰਾਉਣਗੇ, ਫਿਰ ਤੁਹਾਨੂੰ ਵਾਪਸ ਲੈਣੇ ਚਾਹੀਦੇ। ਲੋਕਾਂ ਦੀ ਗੱਲ ਦਾ ਸਨਮਾਨ ਕਰ ਰਿਹਾ, ਲੋਕਤੰਤਰ ਹੈ, ਲੋਕ ਆਵਾਜ਼ ਚੁੱਕ ਰਿਹਾ। ਜੀ ਪੰਦੇਰ ਸਾਹਿਬ, ਮੈਂ ਸਪਸ਼ਟ ਤੌਰ ਤੇ ਤੁਹਾਡੇ ਤੋਂ ਸਿੱਧੇ ਤੌਰ ਤੇ ਜਵਾਬ ਲੈਣਾ ਹੈ। ਤੁਹਾਡੀ ਜਥੇਬੰਦੀ ਬੇਸ਼ੱਕ ਅੱਜ ਦੀ ਮੀਟਿੰਗ 'ਚ ਸ਼ਾਮਲ ਨਹੀਂ ਹੋਈ, ਪਰ ਤੁਸੀਂ ਸਾਰੇ ਸੰਘਰਸ਼ ਦੇ ਵਿੱਚ ਪੂਰੀ ਤਰ੍ਹਾਂ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਨਹੀਂ ਬਲਕਿ ਅੱਗੇ ਹੋ ਕੇ ਚੱਲ ਰਹੇ ਹੋ। ਤਿੰਨੇ ਖੇਤੀ ਕਾਨੂੰਨਾਂ ਦੇ ਰੱਦ ਹੋਏ ਬਗੈਰ ਪੰਦੇਰ ਸਾਹਿਬ ਕੋਈ ਸਹਿਮਤੀ ਬਣ ਸਕਦੀ ਹੈ? ਕਿਉਂਕਿ ਅੱਜ ਦੀ ਮੀਟਿੰਗ ਜਿਹੜੇ ਮਾਮਲੇ ਪੈਂਡਿੰਗ ਹੋਏ ਜਾਂ ਸਭ ਤੋਂ ਵੱਡਾ ਸਵਾਲ ਜਿਹੜਾ ਇਹਦੇ ਜਿਹੜੇ ਸ਼ੁਭ ਚਿੰਤਕ ਇਸ ਮਾਮਲੇ ਨਾਲ ਜੁੜੇ ਹੋਏ ਇਹੀ ਜਾਣਨਾ ਚਾਹੁੰਦੇ ਆ ਕਿ ਕਿਸਾਨ ਤਿੰਨੇ ਖੇਤੀ ਕਾਨੂੰਨ ਰੱਦ ਕਰੇ ਬਗੈਰ ਕਰਾਏ ਬਗੈਰ ਜਿਹੜਾ ਹੈਗਾ ਘਰਾਂ ਨੂੰ ਪਰਤ ਜਾਣਗੇ? ਬਿਲਕੁਲ ਨਹੀਂ ਜੀ, ਸਾਰੀਆਂ ਜਥੇਬੰਦੀਆਂ ਤੇ ਕਮਿਟਮੈਂਟ ਆ। ਤਿੰਨਾਂ ਖੇਤੀ ਕਾਨੂੰਨ ਵਾਪਸ ਲਏ ਸਰਕਾਰ। ਸਾਰੀਆਂ ਫਸਲਾਂ ਜਿਹੜੀਆਂ ਵਾ ਉਹਨਾਂ ਦੀ ਖਰੀਦ ਦੀ, ਸਰਕਾਰੀ ਖਰੀਦ ਦੀ ਗਰੰਟੀ ਵਾਲਾ ਨਵਾਂ ਕਾਨੂੰਨ ਲੈ ਕੇ ਆਵੇ, ਤਾਂ ਜੋ ਸਰਕਾਰ ਜਿਹੜੇ ਕਿਸਾਨਾਂ ਤੇ ਤਲਵਾਰ ਲਟਕਦੀ ਆ ਉਹ ਹਟ ਜਾਵੇ। ਇਹਦੇ ਥੱਲੇ ਸੰਭਵ ਹੀ ਨਹੀਂ ਹੈਗਾ ਕਿ ਅਸੀਂ ਸੋਚ ਵੀ ਸਕੀਏ, ਕਿਉਂਕਿ ਇਹ ਸੰਭਵ ਨਹੀਂ ਹੈਗਾ। ਇਹ ਖੇਤੀ ਦੇ ਕਾਨੂੰਨ ਜਿਹੜੇ ਆ ਕਿਸਾਨਾਂ ਨੂੰ ਕਾਰਪੋਰੇਟ ਕਰਾਉਣ ਦੇ ਹਵਾਲੇ ਕਰਨਗੇ, ਅਸੀਂ ਕਦੀ ਨਹੀਂ ਹੋਣ ਦਿਆਂਗੇ ਜੀ। 4 ਦੀ ਮੀਟਿੰਗ 4 ਜਨਵਰੀ ਦੀ ਜਿਹੜੀ ਮੀਟਿੰਗ ਹੈ ਪੰਦੇਰ ਜੀ, ਲੱਗਦਾ ਉਹਦੇ 'ਚ ਸੰਭਾਵਨਾ ਕਿ ਇਸ ਮੁੱਦੇ ਤੇ ਸਹਿਮਤੀ ਬਣ ਸਕਦੀ ਹੈ? ਕਿਉਂਕਿ ਜਿੱਦਾਂ ਕਿ ਦੇਖਿਆ ਜਾ ਰਿਹਾ ਕਿ ਕੇਂਦਰ ਸਰਕਾਰ ਦੇ ਰਵੱਈਏ 'ਚ ਵੀ ਤਬਦੀਲੀ ਆਈ ਹੈ। ਸੰਭਵ ਹੈ ਕਿ 4 ਨੂੰ ਇਹਦੇ ਬਾਰੇ ਵੀ ਕੋਈ ਸਹਿਮਤੀ ਹੋ ਸਕਦੀ ਹੈ? ਅਸੀਂ ਠੀਕ ਕਹਿੰਦੇ ਕਿ ਆਈ ਆ ਤੇ ਮਾੜੀ ਗੱਲ ਨਹੀਂ, ਪਰ ਪ੍ਰਧਾਨ ਮੰਤਰੀ ਦੇ ਬਿਆਨ, ਗ੍ਰਹਿ ਮੰਤਰੀ ਦੇ ਬਿਆਨ, ਨੀਤੀ ਆਯੋਗ ਦੇ ਬਿਆਨ, ਜੋ ਗੱਲਾਂ ਮੀਡੀਆ 'ਚ ਪ੍ਰਗਟਾਵਾ ਕੀਤਾ ਜਾ ਰਿਹਾ ਅਸੀਂ ਤੇ ਜਿਹੜੇ ਨਾ ਨਿਬੜੇ, ਉਹ ਲੱਗਦਾ ਨਹੀਂ ਕਿ ਕਿਸੇ ਬੰਨੇ ਲੱਗਣੇ। ਇਹ ਤਾਂ ਕੱਲ ਹੀ ਬਿਆਨ ਸਰਕਾਰ ਦਾ ਦੱਸ ਦੂਗਾ। ਇਹ ਤਾਂ ਬਾਕੀ ਗੱਲ ਤਾਂ 4 ਜਨਵਰੀ ਦੀ ਚਲੋ ਮੰਨ ਲਓ ਸਰਕਾਰ ਨੇ ਕਾਨੂੰਨ ਵਾਪਸ ਲੈਣੇ ਆ, ਅਸੀਂ ਤੁਹਾਡਾ ਫਿਰ ਮੀਟਿੰਗ ਕਰਨ ਦੀ ਕੀ ਲੋੜ ਆ? ਇੱਕ ਪਾਸੇ ਵੀ ਲੈ ਜਾ ਸਕਦੇ ਆ। ਜੀ ਜੀ, ਰਵੱਈਆ ਤਾਂ ਸਪਸ਼ਟ ਹੀ ਹੈ ਕਿ ਕਿਸਾਨ ਕੀ ਚਾਹੁੰਦੇ ਆ। ਬਿਲਕੁਲ ਜਿਹੜਾ ਹੈਗਾ ਤੁਹਾਡਾ ਆਪਣਾ ਜਿਹੜਾ ਜਵਾਬ ਜਿਹੜਾ ਇਸ ਮਾਮਲੇ ਤੇ ਸਹੀ ਗੱਲ ਕਹਿ ਰਹੇ ਹੋ ਤੁਸੀਂ। ਗਰਗ ਸਾਹਿਬ, ਤੁਸੀਂ ਕਾਫੀ ਦੇਰ ਦੇ ਇੰਤਜ਼ਾਰ ਕਰ ਰਹੇ ਹੋ। ਗਰਗ ਸਾਹਿਬ, ਜੋ ਪੰਦੇਰ ਸਾਹਿਬ ਨੇ ਕਿਹਾ, ਢਿੱਲੋਂ ਸਾਹਿਬ ਨੇ ਕਿਹਾ ਹੈ, ਉਸ ਦੇ ਮੁੱਦੇ ਤੇ ਢਿੱਲੋਂ ਸਾਹਿਬ ਕਹਿੰਦੇ ਕਿ ਇਸ ਮਾਮਲੇ 'ਚ ਅੱਗੇ ਵਧ ਰਹੇ ਹਨ, ਪਰ ਹਰ ਇੱਕ ਗੱਲ ਨੂੰ ਰੱਦ ਕਰਨ ਨਾਲ ਗੱਲ ਨਹੀਂ ਬਣਦੀ। ਦੇਸ਼ ਨੂੰ ਅੱਗੇ ਜਾਣ ਲਈ ਕੁਝ ਗੱਲਾਂ ਨਵੀਆਂ ਵੀ ਕਰਨੀਆਂ ਪੈਣਗੀਆਂ। ਦੇਖੋ ਸਿੱਧੂ ਸਾਹਿਬ, ਦੁਖਾਂਤ ਇਹੀ ਹੈ ਕਿ ਢਿੱਲੋਂ ਸਾਹਿਬ ਦੀ ਜਿਹੜੀ ਪਾਰਟੀ ਹੈ ਉਹਨਾਂ ਦੇ ਬੁਲਾਰੇ ਤੋਂ ਲੈ ਕੇ ਵੱਡੇ ਤੇ ਲੀਡਰ ਤੱਕ, ਛੋਟੇ ਵਰਕਰ ਤੋਂ ਲੈ ਕੇ ਹਰ ਜਾਨੀ ਕਿ ਉਹਨਾਂ ਦਾ ਚਾਹੇ ਮੰਤਰੀ ਹੈਗਾ ਜਾਂ ਕੋਈ MLA ਹੈਗਾ ਜਾਂ ਕੋਈ ਬੁਲਾਰਾ ਹੈਗਾ, ਉਹ ਇੱਕੋ ਗੱਲ ਕਹਿੰਦਾ। ਇੱਕ ਬੰਨੇ ਤੇ ਇਹ ਗੱਲਬਾਤ ਕਰ ਰਹੇ ਹੈ, ਦੂਸਰੇ ਬੰਨੇ ਜਿੱਦਾਂ ਹੁਣ ਪੰਦੇਰ ਸਾਹਿਬ ਨੇ ਆਖਿਆ ਹੈਗਾ, ਚਾਹੇ ਨੀਤੀ ਆਯੋਗ ਹੈ ਜਾਂ ਇਹਨਾਂ ਦੇ ਮੰਤਰੀ ਨੇ ਜਾਂ ਪ੍ਰਧਾਨ ਮੰਤਰੀ ਸਾਹਿਬ ਨੇ, ਉਹ ਖੁਦ ਜਿਹੜਾ ਹੈਗਾ ਇਹਨਾਂ ਬਿੱਲਾਂ ਨੂੰ ਜਸਟੀਫਾਈ ਕਰ ਰਹੇ ਹੈਗੇ ਆ। ਜਦੋਂ ਤੁਸੀਂ ਉਹਨਾਂ ਬਿੱਲਾਂ ਨੂੰ ਜਸਟੀਫਾਈ ਕਰ ਰਹੇ ਹੋ, ਇਹ ਕਹਿ ਰਹੇ ਹੋ ਕਿ ਇਹਨਾਂ ਬਿੱਲਾਂ ਦਾ ਕਿਸਾਨਾਂ ਨੂੰ ਆਜ਼ਾਦੀ ਦੇਤੀ, ਕਿਸਾਨਾਂ ਨੂੰ ਬਹੁਤ ਬੈਨੀਫਿਟ ਹੋ ਗਿਆ ਔਰ ਕਿਸਾਨ ਜਿਹੜੇ ਹੈਗੇ ਆ ਉਹਨੂੰ ਮੁੱਢੋਂ ਰੱਦ ਕਰਦੇ ਆ, ਤੇ ਫਿਰ ਉਹ ਗੱਲਬਾਤ ਦਾ ਕੋਈ ਆਈਡੀਆ ਹੀ ਨਹੀਂ ਰਹਿ ਜਾਂਦਾ ਹੈਗਾ। ਔਰ ਦੂਸਰੀ ਗੱਲ, ਜਿਹੜਾ ਇਹ ਅੰਦੋਲਨ ਹੈ ਹੁਣ ਉਸ ਮੁਕਾਮ ਤੇ ਪਹੁੰਚ ਗਿਆ, ਉੱਥੋਂ ਬੈਕਆਊਟ ਕਰਨਾ ਬਹੁਤ ਮੁਸ਼ਕਲ ਹੈ ਕਿਸੇ ਲਈ ਵੀ, ਕਿਉਂਕਿ ਅੱਜ ਜਿਹੜਾ ਅੰਦੋਲਨ ਹੈ ਇਹਦੀ ਅਗਵਾਈ ਭਾਵੇਂ ਪੰਜਾਬ ਦਾ ਕਿਸਾਨ ਕਰ ਰਿਹਾ ਹੈਗਾ, ਪਰ ਇਸ ਦੇ ਵਿੱਚ ਸ਼ਮੂਲੀਅਤ ਜਿਹੜੀ ਹੈਗੀ ਹੈ ਪੂਰੇ ਹਿੰਦੁਸਤਾਨ ਤੋਂ ਹੈਗੀ ਹੈ। ਅੱਜ ਹਰਿਆਣਾ ਦਾ ਕਿਸਾਨ ਵੀ ਨਾਲ ਹੈ, ਗੁਜਰਾਤ ਦਾ ਕਿਸਾਨ ਵੀ ਨਾਲ ਹੈ, ਉੱਤਰਾਖੰਡ ਦਾ ਕਿਸਾਨ ਵੀ ਨਾਲ ਹੈ, ਰਾਜਸਥਾਨ ਦਾ ਕਿਸਾਨ ਵੀ ਨਾਲ ਹੈ, UP ਦਾ ਕਿਸਾਨ ਵੀ ਨਾਲ ਹੈ, ਮਹਾਰਾਸ਼ਟਰ ਦਾ ਕਿਸਾਨ ਵੀ ਨਾਲ ਹੈ। ਇਕੱਲੇ ਕਿਸਾਨ ਨਹੀਂ, ਬਲਕਿ ਅੱਜ ਜਿਹੜਾ ਤੁਸੀਂ ਦੇਖੋਗੇ ਪਿਛਲੇ 6.5 ਸਾਲ ਦਾ ਜਿਹੜਾ ਰੋਸਾ ਤੇ ਗੁੱਸਾ ਗਿਲਾ ਸੀ ਇਸ ਸਰਕਾਰ ਦੇ ਪ੍ਰਤੀ, ਕਿਉਂਕਿ ਇਹਨਾਂ ਨੇ ਹਮੇਸ਼ਾ ਡੰਡੇ ਦੇ ਜ਼ੋਰ ਦੇ ਉੱਤੇ ਹਰ ਇੱਕ ਚੀਜ਼ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕੀਤੀ, ਭਾਵੇਂ ਜਦੋਂ ਨਾਗਰਿਕਤਾ ਕਾਨੂੰਨ ਵੇਲੇ ਜਾਂ ਕੋਈ ਹੋਰ ਕਾਨੂੰਨਾਂ ਵੇਲੇ ਜਦੋਂ ਵੀ ਲੋਕਾਂ ਨੇ ਵਿਰੋਧ ਕੀਤਾ ਇਹਨਾਂ ਨੇ ਸੁਣੀ ਨਹੀਂ। ਅੱਜ ਉਹ ਸਾਰਾ ਜਿਹੜਾ ਗੁੱਸਾ ਜਿਹੜੀ ਕਿ ਇਕੱਠਾ ਹੋ ਕੇ ਉਹਦਾ ਸਮਰਥਨ ਕਿਸਾਨ ਅੰਦੋਲਨ ਨੂੰ ਮਿਲ ਗਿਆ। ਭਾਵੇਂ ਇਸ ਕਿਸਾਨ ਅੰਦੋਲਨ ਨੂੰ ਤਾਰਕਿਕ ਕਰਨ ਵਾਸਤੇ, ਕੁਚਲਣ ਵਾਸਤੇ ਇਹਨਾਂ ਨੇ ਗੋਦੀ ਮੀਡੀਆ ਦਾ ਸਹਾਰਾ ਲਿਆ, ਜਾਂ ਇਹਨਾਂ ਦੇ ਲੀਡਰਾਂ ਨੇ ਕਦੇ ਇਹਨਾਂ ਨੂੰ ਖਾਲਿਸਤਾਨੀ ਆਖਿਆ, ਕਦੇ ਅੱਤਵਾਦੀ ਆਖਿਆ, ਕਦੇ ਸ਼ਹਿਰੀ ਨਕਸਲਵਾਦੀ ਆਖਿਆ, ਪਰ ਉਹ ਏਕਤਾ ਨੂੰ ਤੋੜ ਨਹੀਂ ਸਕੇ। ਜੀ ਅੱਜ ਸਰਕਾਰ ਟੁੱਟੀ ਹੋਈ ਨਜ਼ਰ ਆਉਂਦੀ ਹੈ ਤਾਂ ਉਹਦੇ ਪਿੱਛੇ ਸਿਰਫ ਤੇ ਸਿਰਫ ਇਸ ਜਿਹੜਾ ਅੰਦੋਲਨ ਦੀ ਏਕਤਾ ਤੇ ਔਰ ਅੰਦੋਲਨ ਦੀ ਗਰਗ ਸਾਹਿਬ ਮੈਂ ਤੁਹਾਡੇ ਕਮੈਂਟਸ ਵੀ ਲੈਣਾ। ਗਰਗ ਸਾਹਿਬ ਦੀਆਂ ਗੱਲਾਂ ਤੋਂ ਲੱਗਾ ਨਾ ਪਤਾ ਕਿ ਆ ਗਈ ਬਿੱਲੀ ਥੱਲੇ ਤੋਂ ਬਾਹਰ। ਹਾਂਜੀ ਸਿੱਧੂ ਸਾਹਿਬ ਐਕਚੁਅਲੀ ਰਾਜਨਾਥ ਸਿੰਘ ਨੇ ਇਹ ਗੱਲ ਕਹੀ ਹੈ ਕਿ ਕਿਸਾਨ ਹੈ ਜਿਹੜੇ ਬੈਠੇ ਆ ਸਰਹੱਦ ਦੇ ਉੱਤੇ, ਦਿੱਲੀ ਦੇ ਬਾਰਡਰ ਦੇ ਉੱਤੇ ਬੈਠੇ ਆ, ਇਹਨਾਂ ਨੂੰ ਖਾਲਿਸਤਾਨੀ ਜਾਂ ਨਕਸਲੀ ਕਹਿਣਾ ਗਲਤ ਗੱਲ ਹੈ। ਅੱਜ ਰਾਜਨਾਥ ਸਿੰਘ ਨੇ ਇਸ ਗੱਲ ਨੂੰ ਆਪ ਪ੍ਰਵਾਨ ਕੀਤਾ ਹੈ
ਖੇਤੀ ਮੰਤਰੀ ਮੈਡਮ ਬਿਲਕੁਲ ਇਸ ਗੱਲ ਦੀ ਸ਼ਲਾਘਾ ਕੀਤੀ ਹੈ ਕਿ ਕਿਸਾਨ ਅੰਦੋਲਨ ਬੜਾ ਅਨੁਸ਼ਾਸਨ 'ਚ ਹੈ। ਅੱਜ ਇਸ ਗੱਲ ਤੇ ਧਿਆਨ ਦੀ ਹੈ ਕੇਂਦਰ ਦੀ ਸਰਕਾਰ ਕਿ ਕਿਸਾਨ ਹੈ, ਅਨੁਸ਼ਾਸਨ 'ਚ ਅੰਦੋਲਨ ਹੈ। ਦੇਖੋ ਪਹਿਲਾਂ ਇਹ ਗੱਲ ਅਰਜ਼ ਕੀਤੀ ਹੈ ਗਰਗ ਸਾਹਿਬ, ਅੰਦੋਲਨ ਹੈਗਾ, ਇਸ ਅੰਦੋਲਨ ਦੇ ਵਿੱਚ ਬੜਾ ਸ਼ਾਂਤੀਪੂਰਵਕ ਅੰਦੋਲਨ ਚੱਲ ਰਿਹਾ ਹੈ। ਅੱਜ ਜੋ ਰਾਜਨਾਥ ਸਿੰਘ ਨੇ ਆਖਿਆ ਬਿਲਕੁਲ ਸੱਚਾਈ ਇਹੀ ਹੈ ਤੇ ਇਹੀ ਸੱਚਾਈ ਜਿਹੜੀ ਕਿ ਬੀਜੇਪੀ ਦੇ ਦੂਸਰੇ ਲੀਡਰਾਂ ਨੂੰ ਵੀ ਮੰਨਣੀ ਚਾਹੀਦੀ ਹੈ। ਇੱਕ ਜੀ ਸਰ ਮੈਨੂੰ ਥੋੜਾ ਜਿਹਾ ਗੱਲ ਕਰ ਲੈਣ ਦਿਓ ਵਿੱਚੋਂ ਟੋਕੋ ਨਾ, ਜਿਹੜੀ ਜੁਮਲੇਬਾਜ਼ੀ ਦੇ ਨਾਲ ਗੱਲ ਨਹੀਂ ਬਣਦੀ ਹੁੰਦੀ। ਤੁਸੀਂ ਦੇਖੋ 2014 ਤੋਂ ਪਹਿਲਾਂ ਇਹ ਸਵਾਮੀਨਾਥਨ ਰਿਪੋਰਟ ਦੀ ਗੱਲ ਕਰਦੇ ਸੀ ਤਾਂ ਭੁੱਲ ਹੀ ਗਏ। ਫਿਰ ਇਹਨਾਂ ਨੇ ਆਖਿਆ ਸੀ 2022 ਤੱਕ ਜਿਹੜਾ ਹੈਗਾ ਅਸੀਂ ਕਿਸਾਨਾਂ ਦੀ ਆਮਦਨ ਦੁੱਗਣੀ ਕਰ ਦਿਆਂਗੇ। ਹੁਣ ਤੱਕ ਪੁਸ਼ਤਾਵਧੀ ਹੋਣੀ ਚਾਹੀਦੀ ਹੈ। ਕਿਸਾਨ ਦੀ ਆਰਥਿਕ ਹਾਲਤ ਬਹੁਤ ਮਾੜੀ ਹੈ। ਪੂਰੇ ਹਿੰਦੁਸਤਾਨ ਦਾ ਜਿਹੜਾ ਕਿਸਾਨ ਹੈ ਉਹ ਕਰਜ਼ੇ ਥੱਲੇ ਡੁੱਬਿਆ ਹੋਇਆ ਹੈ। ਇਹਦੀ ਜਿਹੜੀ ਪੁਸ਼ਟੀ ਹੈ ਸਰਕਾਰ ਖੁਦ ਕਰਦੀ ਹੈ, ਕਿਉਂਕਿ ਇਹ ਜਿਹੜਾ 4 ਮਹੀਨਿਆਂ ਪਿੱਛੋਂ 2000 ਰੁਪਇਆ ਬੜਾ ਲੰਬਾ ਸਮਾਂ ਦਿੱਤਾ ਅਕਾਊਂਟ ਦੇ ਵਿੱਚ ਪਾਉਂਦੇ ਜੀ 500 ਰੁਪਇਆ ਮਹੀਨਾ ਕਿਸੇ ਨੂੰ ਦੇਣਾ, ਇਹ ਸਬੂਤ ਸ਼ੁਰੂ ਹੋ ਗਿਆ। ਕਿਸਾਨ ਦੀ ਆਰਥਿਕ ਹਾਲਤ ਬਹੁਤ ਮਾੜੀ ਹੈਗੀ ਹੈ ਤੇ ਮੈਂ ਹਾਲਤ ਮਾੜੀ ਹੈ। ਔਰ ਦੂਸਰੀ ਗੱਲ ਜਿਹੜੀ No, this is not the way. ਕਰਨੋਂ ਕੀ ਕਰੀਏ? ਥੈਂਕ ਯੂ ਵੈਰੀ ਮਚ ਜੀ, ਥੈਂਕ ਯੂ ਵੈਰੀ ਮਚ। ਕਾਨੂੰਨ ਦਾ ਦਾਇਰੇ ਦੇ ਵਿੱਚ ਨਹੀਂ ਹੋਈ ਤਾਂ ਅੱਜ ਵੀ ਕਈ ਫਸਲੇ ਤੇ ਐਮਐਸਪੀ ਹੈਗਾ। ਬਸ ਕਰੋ ਗਰਗ ਸਾਹਿਬ, ਇਲੈਕਸ਼ਨ ਨਹੀਂ ਗਏ। ਕਾਨੂੰਨੀ ਜਿਹੜਾ ਹੈਗਾ ਦਾਰਾ ਪੈਰੋਣਾ ਬਹੁਤ ਜ਼ਰੂਰੀ ਹੈ ਤਾਂ ਕਿ ਕਈ ਫਸਲਾਂ ਜਿਹੜੀਆਂ ਹੈਗੀਆਂ ਸਿੱਧੂ ਸਾਹਿਬ ਪਰ ਕਿਸਾਨਾਂ ਨੂੰ ਬੈਨੀਫਿਟ ਹੋਵੇ। ਚਲੋ ਸਾਹਿਬ ਮੈਂ ਆ ਰਿਹਾ। ਸਿੱਧੂ ਸਾਹਿਬ ਮੇਰੇ ਕਾਬਲ ਵੀਰ ਗਰਗ ਸਾਹਿਬ ਨੇ ਐਡਾ ਲੰਬਾ ਚੌੜਾ ਲੈਕਚਰ ਦੇ ਦਿੱਤਾ। ਕੋਈ ਇਲੈਕਸ਼ਨ ਦੀ ਸਟੇਜ ਲੱਗੀ ਨਹੀਂ ਗੀ, ਡਿਬੇਟ ਕਰ ਰਹੇ, ਚਰਚਾ ਕਰ ਰਹੇ ਆ। ਅਸੀਂ ਪੇਸ਼ੈਂਸ ਰੱਖੀ ਜਾਈਏ, ਤੁਸੀਂ ਕੋਈ ਮਰਜ਼ੀ ਬੋਲੀ ਜਾਓ। ਔਰ ਰੱਖ ਕੇ ਦੱਸਣ ਲੱਗਿਆ ਅੱਜ ਆ ਬਿੱਲੀ ਥੱਲੇ ਤੋਂ ਬਾਹਰ ਆ ਗਈ ਨਾ। ਆ ਗਰਗ ਸਾਹਿਬ ਦੀਆਂ ਗੱਲਾਂ ਤੋਂ ਪਤਾ ਲੱਗ ਗਿਆ ਕਿ ਜਿਹੜਾ ਇਹਨਾਂ ਦੇ ਮਨ ਦੇ ਵਿੱਚ ਟੀਸ ਸੀਗੀ ਕਿ ਭਾਰਤੀ ਜਨਤਾ ਪਾਰਟੀ ਲਗਾਤਾਰ ਤਰੱਕੀ ਵਾਲੇ ਕੰਮ ਕਿਉਂ ਕਰੀ ਜਾ ਰਹੀ ਹੈ, ਲਗਾਤਾਰ ਫੈਸਲੇ ਜਿਹੜੇ ਇੰਨੇ ਸਾਲਾਂ ਦੇ ਅਟਕੇ ਨੇ ਉਹ ਕਿਵੇਂ ਇਹਨਾਂ ਦੇ ਸਿਰੇ ਚੜ੍ਹਦੇ ਨੇ, ਇਹਨਾਂ ਦੇ ਮਨ 'ਚ ਦਰਦ ਉਹ ਟੀਸ ਉਹ ਸੀਗੀ ਆ ਨਿਕਲ ਕੇ ਬਾਹਰ ਆਈ ਨਾ। ਇਹਨਾਂ ਨੇ ਗਣਾਤੇ ਸਾਰੇ 370 ਵਾਲਾ ਗਣਾਤਾ, ਇਹਨਾਂ ਨੇ ਦੂਜਾ ਗਣਾਤਾ, CAA ਗਣਾਤਾ। ਮੈਨੂੰ ਦੱਸੋ CAA ਕਾਨੂੰਨ ਤੋਂ ਬਾਅਦ ਕਿਹੜੇ ਦੇਸ਼ ਦੇ ਵਸਨੀਕ ਨੂੰ ਉੱਥੇ ਪਰੇਸ਼ਾਨੀ ਆਈ ਹੈ? ਕਿਹਨੂੰ ਬਾਹਰ ਕਰ ਦਿੱਤਾ ਗਿਆ? ਉਦੋਂ ਵੀ ਏਦਾਂ ਹੀ ਇੱਕ ਗੁਬਾਰ ਪੈਦਾ ਕੀਤਾ ਗਿਆ ਸੀਗਾ, ਇੱਕ ਵੱਡਾ ਗੁਬਾਰਾ ਬਣਾਇਆ ਗਿਆ ਸੀ ਝੂਠ ਦਾ। ਇੰਡੀਆ ਦੇ ਮੁਸਲਮਾਨਾਂ ਨੂੰ ਬਾਹਰ ਕੱਢ ਦੇਣਗੇ ਝੂਠ ਬੋਲ ਕੇ ਤੁਹਾਡੇ ਕੋਲੇ। ਮੈਂ ਸਿੱਧੂ ਸਾਹਿਬ ਇੱਕ ਗੱਲ ਕਹਿ ਦਿਆਂ, ਅੱਜ ਇਹ ਬਖਸ਼ ਕੋਲੇ ਮੋਦੀ ਸਰਕਾਰ ਦੇ ਉੱਤੇ ਕੋਈ ਇਲਜ਼ਾਮ ਲਾਉਣ ਨੂੰ ਹੈ ਨਹੀਂਗਾ। ਇਸ ਕਰਕੇ ਏਦਾਂ ਦੇ ਕਿਸਾਨਾਂ ਦੇ ਮੋਢੇ ਤੇ ਕਦੀ ਬੰਦੂਕ ਰੱਖ ਲੈਂਦੇ ਆ, ਕਦੇ ਸਾਡੇ ਮੁਸਲਿਮ ਭਾਈਚਾਰਾ ਦੇ ਮੋਢੇ ਤੇ ਬੰਦੂਕ ਰੱਖ ਲੈਂਦੇ ਆ, ਪਰ ਉਹ ਗੋਲੀਆਂ ਚਲਾਉਂਦੇ ਨੇ। ਮੋਢੇ ਤੇ ਕਿਸੇ ਨੂੰ ਬੰਦੂਕ ਨਹੀਂ ਰੱਖਣੀ ਚਾਹੀਦੀ। ਠੀਕ, ਥੈਂਕ ਯੂ ਢਿੱਲੋਂ ਸਾਹਿਬ। ਸੋਏ ਜੀ ਬੜੇ ਤੁਹਾਨੂੰ ਵੜਨ ਤੱਕ ਨਹੀਂ ਦਿੱਤਾ। ਪਰ ਜਿੰਨਾ ਯਾਰ ਇੱਕ ਗੱਲ ਕਹਿਣ, ਆਮ ਆਦਮੀ ਪਾਰਟੀ ਆਪ ਉੱਥੇ ਨੋਟੀਫਾਈ ਸਭ ਤੋਂ ਪਹਿਲਾਂ ਕਰਦੀ ਹੈ, ਦਿੱਲੀ ਦੇ ਵਿੱਚ ਨੋਟੀਫਾਈ ਕਰ ਦਿੰਦੀ ਹੈ ਕਾਨੂੰਨ, ਪਰ ਇੱਥੇ ਆ ਕੇ ਲੱਗ ਪੈਂਦੇ ਨੇ ਵੱਡੀਆਂ ਵੱਡੀਆਂ ਗੱਲਾਂ ਕਰਨ। ਓਕੇ, ਥੈਂਕ ਯੂ ਢਿੱਲੋਂ ਸਾਹਿਬ। ਬਾਅਦ ਵਿੱਚ ਲੋਕਾਂ ਦਾ ਵਿਰੋਧ ਹੁੰਦਾ ਫਿਰ ਬਿੱਲ ਪਾੜ ਦਿੰਦੇ ਆ। ਢਿੱਲੋਂ ਸਾਹਿਬ ਮੈਨੂੰ ਮੌਕਾ ਦਿਓ, ਮੈਂ ਸੋਏ ਸਾਹਿਬ ਨੂੰ ਜਿਹੜਾ ਸਵਾਲ ਕਰ ਸਕਾਂ। ਸੋਏ ਜੀ, ਸੋਏ ਸਾਹਿਬ ਮੇਰੀ ਆਵਾਜ਼ ਆ ਰਹੀ ਹੈ? ਜੀ ਸਰ ਜੀ, ਇਸ ਮੁੱਦੇ ਤੇ ਜੀ ਤੁਸੀਂ ਢਿੱਲੋਂ ਸਾਹਿਬ ਦੇ ਕਮੈਂਟਸ ਵੀ ਲਏ ਆ, ਪੰਦੇਰ ਸਾਹਿਬ ਨੂੰ ਵੀ ਸੁਣਿਆ, ਗਰਗ ਸਾਹਿਬ ਨੂੰ ਵੀ ਸੁਣਿਆ। ਜੋ ਪ੍ਰਸਥਿਤੀ ਬਣੀ ਵੀ ਹੈ, ਇਸ ਪ੍ਰਸਥਿਤੀ 'ਚੋਂ ਜਿਹੜੀ 4 ਜਨਵਰੀ ਦੀ ਆ ਰਹੀ ਮੀਟਿੰਗ ਹੈ ਉਹਦੇ ਲਈ ਕੇਂਦਰ ਨੂੰ ਜੇ ਆਪਾਂ ਗੱਲ ਕਰਦੇ ਹਾਂ ਕਿ ਉਹਨਾਂ ਨੇ ਖੁਦ ਨਹੀਂ, ਜਿੱਦਾਂ ਢਿੱਲੋਂ ਸਾਹਿਬ ਕਹਿ ਰਿਹਾ ਹੈ, ਇਸ ਮਸਲੇ ਦਾ ਹੱਲ ਫੌਰੀ ਤੌਰ ਤੇ ਕੱਢੇ ਜਾਣ ਦੀ ਜ਼ਰੂਰਤ ਹੈ, ਕਿਉਂਕਿ ਬਹੁਤ ਜ਼ਿਆਦਾ ਕਿਸਾਨਾਂ ਦਾ ਇਸ ਵੇਲੇ ਨੁਕਸਾਨ ਹੋ ਚੁੱਕਾ ਹੈ, ਦੇਸ਼ ਦਾ ਨੁਕਸਾਨ ਹੋ ਰਿਹਾ ਹੈ, ਬਹੁਤ ਸਾਰੀਆਂ ਕੀਮਤੀ ਜਾਨਾਂ ਸਾਡੀਆਂ ਚਲੀਆਂ ਗਈਆਂ। ਇਹ ਮਾਮਲੇ ਨੂੰ ਹੋਰ ਕਿਸੇ ਤਰੀਕੇ ਨਾਲ ਨਹੀਂ ਲਟਕਾਇਆ ਜਾਣਾ ਚਾਹੀਦਾ। ਸਿੱਧੂ ਸਾਹਿਬ, ਗੱਲ ਇਹ ਹੈਗੀ ਹੈ ਕਿ ਜਿਹੜਾ ਸੰਘਰਸ਼ ਬਹੁਤ ਲੰਮਾ ਹੋ ਗਿਆ ਹੈ ਤੇ ਕੀਮਤੀ ਜਾਨਾਂ ਵੀ ਬਹੁਤ ਚਲੀਆਂ ਗਈਆਂ। ਇਹ ਸਾਰੀਆਂ ਗੱਲਾਂ ਧਿਆਨ 'ਚ ਰੱਖਦਿਆਂ ਹੋਇਆਂ ਮੋਦੀ ਸਰਕਾਰ ਨੂੰ ਚਾਹੀਦਾ ਹੈ ਕਿ 4 ਤਾਰੀਖ ਤੋਂ ਪਹਿਲਾਂ ਹੀ ਕਾਨੂੰਨ ਵਾਪਸ ਲੈ ਲੈਣ। ਕਿਉਂ 4 ਤਾਰੀਖ ਦੀ ਵੇਟ ਕਰਦੇ ਹੈ? ਕਿਉਂਕਿ ਇਸ ਸੰਘਰਸ਼ ਦੀ ਸਭ ਤੋਂ ਵੱਡੀ ਜਿਹੜੀ ਬਾਕੀ ਜਿਵੇਂ ਸ਼ਾਂਤਮਈ ਹੈਗਾ, ਇੰਨੇ ਲੋਕ ਗਏ ਹੋਏ ਨੇ ਲੱਖਾਂ ਦੀ ਗਿਣਤੀ ਦੇ ਵਿੱਚ, ਇੱਕ ਹੋਰ ਵੱਡਾ ਜਿਹੜਾ ਪੋਜ਼ੀਟਿਵ ਆਸਪੈਕਟ ਹੈਗੀ ਹੈ ਸੰਘਰਸ਼ ਦੀ, ਜਿਹੜੀ ਬਹੁਤ ਇੱਕ ਮਜ਼ਬੂਤੀ ਹੈਗੀ ਹੈ, ਉਹ ਹੈਗੀ ਹੈ ਕਿ ਇਹਨਾਂ ਸਾਰੇ ਲੀਡਰਾਂ ਕੋਲ ਤੱਥ ਨੇ, ਇਹ ਤੱਥਾਂ ਨਾਲ ਲੜ ਰਹੇ ਨੇ ਤੇ ਤੱਥ ਇਹਨਾਂ ਦੀ ਜਿਹੜੀ ਹੈਗੀ ਹੈ ਟਿਪਸ 'ਤੇ ਨੇ, ਉਂਗਲਾਂ 'ਤੇ ਨੇ, ਜਿਵੇਂ ਹੁਣੇ ਪੰਦੇਰ ਸਾਹਿਬ ਗਣਾ ਰਹੇ ਸੀਗੇ। ਤੇ ਇਹ ਬਿਲਕੁਲ ਸੱਚਾਈ ਹੈ ਜੀ। ਜਿਵੇਂ ਢਿੱਲੋਂ ਸਾਹਿਬ ਦਾ ਗੱਲ ਕਰ ਰਿਹਾ ਡਾਇਵਰਸੀਫਿਕੇਸ਼ਨ ਦੀ, ਫਲਾਣਾ ਝਿਮਕਾ, ਹਾਲਾਂਕਿ ਇਹਨਾਂ ਕਾਨੂੰਨਾਂ ਦੇ ਵਿੱਚ ਡਾਇਵਰਸੀਫਿਕੇਸ਼ਨ ਦੀ ਕੋਈ ਗੱਲ ਹੈ ਨਹੀਂ। ਤੇ ਤੱਥ ਇਹ ਨੇ
ਕਿ ਈਵਨ ਕਿ ਅਮਰੀਕਾ ਵਰਗੇ ਕੰਟਰੀਜ਼ ਵੀ ਇੱਥੇ ਹਿੰਦੁਸਤਾਨ ਦੇ ਵਿੱਚ ਬਿਲੀਅਨਸ ਆਫ ਟਨ ਜਿਹੜੀ ਹੈਗੀ ਹੈ ਗ੍ਰੇਨ ਰਾਈਸ ਤੇ ਕਣਕ ਜਿਹੜੀ ਹੈਗੀ ਹੈ ਇੱਥੇ ਡੰਪ ਕਰਨਾ ਚਾਹੁੰਦੇ ਨੇ। ਯੂਰਪ ਚਾਹੁੰਦਾ ਇੱਥੇ, ਤੇ ਹੋਰ ਕੰਟਰੀ ਜਿਹੜੇ ਰਿਚ ਕੰਟਰੀਜ਼ ਨੇ, ਫਸਟ ਵਰਲਡ ਕੰਟਰੀਜ਼ ਨੇ, ਉਹ ਚਾਹੁੰਦੇ ਨੇ ਕਿ ਉਹਨਾਂ ਦੇ ਜਿਹੜੇ ਗ੍ਰੀਨਰੀ ਹੈ ਇੱਥੇ ਇੰਡੀਆ ਦੇ ਵਿੱਚ ਖੋਲ੍ਹੀ ਜਾਵੇ ਤੇ ਇੱਥੇ ਜਿਹੜੀ ਹੈਗੇ ਆ ਇਹਨਾਂ ਦੇ ਸਿਸਟਮ ਸਾਡਾ ਖਤਮ ਕੀਤਾ ਜਾਵੇ। ਸੋ ਢਿੱਲੋਂ ਸਾਹਿਬ ਦੀ ਗੱਲ ਜਿਹੜੀ ਹੈਗੀ ਹੈ ਕਿ ਅਸੀਂ ਫਾਇਦੇ ਵਾਸਤੇ ਕਰ ਰਹੇ ਹਾਂ, ਬਿਲਕੁਲ ਗਲਤ ਹੈਗੀ ਹੈ। ਕਿ ਇੰਟਰਨੈਸ਼ਨਲ ਪ੍ਰੈਸ਼ਰ ਥੱਲੇ ਹੋ ਰਿਹਾ ਹੈ, ਵੱਡੀਆਂ ਕੰਪਨੀਆਂ ਜਿਹੜੇ ਕਾਰਪੋਰੇਟਸ ਨੇ, ਇਕੱਲੇ ਅਡਾਨੀ ਅੰਬਾਨੀ ਨਹੀਂ। ਯਾਰ ਸਾਡੀ ਸਰਕਾਰ ਪ੍ਰੈਸ਼ਰ ਥੱਲੇ ਨਹੀਂ ਆਉਂਦੀ, ਪਹਿਲੀ ਗੱਲ ਦੱਸ ਦਿਆਂ ਤੁਹਾਨੂੰ। ਇਹ ਵਿੱਚ ਨਾ ਬੋਲੋ ਜੀ, ਵਿੱਚ ਨਾ ਬੋਲੋ ਪਲੀਜ਼, ਪਲੀਜ਼ ਵਿੱਚ ਨਾ ਬੋਲੋ, ਮੈਂ ਨਹੀਂ ਬੋਲਿਆ। ਤਾਂ ਝੂਠ ਨਾ ਬੋਲੋ। ਦੂਜੀ ਗੱਲ, ਕੌਣ ਪਤਾ ਲੋਕਾਂ ਨੂੰ ਕੌਣ ਝੂਠ ਬੋਲ ਰਿਹਾ ਹੈ। ਤੇ ਦੂਜੀ ਗੱਲ, ਇਹ ਐਕਸਪਰਟਸ ਦੀ ਗੱਲ ਕਰਦੇ ਨੇ, ਜਿਹੜੇ ਪੰਜਾਬ ਦੇ ਐਕਸਪਰਟਸ ਤੋਂ ਲੈ ਕੇ ਡਾਕਟਰ ਗਿਆਨ ਸਿੰਘ, ਡਾਕਟਰ ਸੁੱਚਾ ਸਿੰਘ ਗਿੱਲ ਵਰਗੇ ਵੱਡੇ ਵੱਡੇ ਜਿਹੜੇ ਐਕਸਪਰਟ ਤੋਂ ਲੈ ਕੇ ਹੁਣ ਤਾਂ ਨੋਬਲ ਜਿਹੜਾ ਪੁਰਸਕਾਰ ਵਿਜੇਤਾ ਆਪਣਾ ਡਾਕਟਰ ਅਮਰਤਾ ਸੇਨ ਹੈਗਾ, ਤੇ ਕੌਸ਼ਿਕ ਬਾਸੂ ਵਰਗੇ ਜਿਹੜੇ ਐਕਸਪਰਟਸ ਇੰਟਰਨੈਸ਼ਨਲ, ਉਹਨਾਂ ਨੇ ਵੀ ਇਹ ਕਿਹਾ ਹੈ ਕਿ ਇਹ ਕਾਨੂੰਨ ਗਲਤ ਨੇ, ਇਹ ਕਿਸਾਨ ਮਾਰੂ ਕਾਨੂੰਨ ਨੇ ਹੈਗੇ ਹੈ, ਇਹ ਨੁਕਸਾਨ ਕਰਦੇ ਬਹੁਤ, ਇਹ ਬਹੁਤ ਸੋਹਣੇ ਬਣਦੇ ਹੈ। ਤੇ ਦੂਜੀ ਗੱਲ, ਅਗਰ ਕਾਨੂੰਨ ਬਣਾਉਣੇ ਹੈਗੇ ਹੈ, ਜਿਵੇਂ ਹੁਣ ਮੰਥਨ ਹੋ ਰਿਹਾ ਹੈ, ਇਹ ਕਾਨੂੰਨ ਵਾਪਸ ਲੈ ਕੇ ਨਵਾਂ ਡਰਾਫਟ ਲੈ ਆਓ। ਕਿਸਾਨ ਵੀ ਤਾਂ ਇਹ ਕਹਿ ਰਹੇ ਨਾ ਕਿ ਨਵਾਂ ਡਰਾਫਟ ਲਿਆਓ, ਮੰਥਨ ਕਰੋ, ਜਿਵੇਂ ਮੰਥਨ ਹੁਣ ਹੋ ਰਿਹਾ ਹੈ, ਮੰਥਨ ਕਰੋ, ਨਵੇਂ ਡਰਾਫਟ ਲਿਆਓ। ਤੇ ਜੋ ਬਣਾਉਣਾ, ਜੋ ਵਿਆਪਕ ਤੌਰ 'ਤੇ ਸਾਰੀ ਡਿਸਕਸ਼ਨ ਤੋਂ ਬਾਅਦ, ਡਿਬੇਟਸ ਤੋਂ ਬਾਅਦ ਪਬਲਿਕ ਡੋਮੇਨ ਦੇ ਵਿੱਚ ਮੰਥਨ ਹੋਏਗਾ, ਉਸ ਤੋਂ ਬਾਅਦ ਜੋ ਦੇਸ਼ ਦੇ ਭਲੇ ਵਾਸਤੇ ਹੋਏਗਾ ਉਹ ਲੈ ਆਇਓ। ਕਿਉਂ ਅੜ ਰਹੇ ਹੋ ਜੀ? ਬਿਲਕੁਲ ਕਿਉਂ ਅੜ ਰਹੇ ਹੋ? ਸਵੈ ਜੀ ਤੁਹਾਡਾ ਵਿਊਪੁਆਇੰਟ ਆ ਗਿਆ ਜੀ। ਸਿੱਧੂ ਸਾਹਿਬ, ਸਵੈਜ ਸਾਹਿਬ ਨੂੰ ਇਹ ਪੁੱਛੋ ਵੀ ਇਹ ਆਪਣੇ ਮੈਨੀਫੈਸਟੋ 'ਚ ਝੂਠ ਬੋਲ ਰਹੇ ਸੀ ਜਾਂ ਇਹ ਅੱਜ ਝੂਠ ਬੋਲ ਰਹੇ ਨੇ? ਜਿਹੜਾ 2019 ਦਾ ਮੈਨੀਫੈਸਟੋ ਹੈ, ਤੁਸੀਂ ਉਹਦੇ ਵਿੱਚ ਆਈ ਉਦੋਂ ਵੀ ਭੈਣੇ ਤਰੀਕੇ ਨਾਲ ਲਿਆਉਣ ਨੂੰ ਫਿਰਦੇ ਸੀ। ਕਿੱਥੇ ਜਾਣਗੇ? ਤੁਸੀਂ ਐਕਸਪੋਰਟ ਦੀ ਗੱਲ ਕਰਦੇ ਹੋ, ਤੁਸੀਂ ਅੱਜ ਝੂਠ ਬੋਲਦੇ ਹੋ ਕਿ ਉਦੋਂ ਬੋਲਦੇ ਸੀ 2019 ਦੇ ਵਿੱਚ? ਤੁਸੀਂ ਭਾਜੀ ਤੁਹਾਡੇ ਇਲੈਕਸ਼ਨ ਮੈਨੀਫੈਸਟੋ 'ਚ ਜੋ ਆਪ ਰਿਟਨ ਕਿ APMC ਮੰਡੀ ਜਿਹੜੀ ਆ ਖਤਮ ਕਰਨੀ ਚਾਹੀਦੀ ਹੈ, ਤੁਸੀਂ ਕਿਉਂ ਨਹੀਂ ਕਿਹਾ? ਜੀ ਢਿੱਲੋਂ ਸਾਹਿਬ, ਸਵੈ ਜੀ, ਥੈਂਕ ਯੂ ਵੈਰੀ ਮਚ। ਇਸ ਮੁੱਦੇ ਤੇ ਮੈਂ ਜਿਹੜਾ ਆਖਰੀ ਕਮੈਂਟ 2 ਲਾਈਨਾਂ ਦਾ, ਇਹ ਨਾ ਤਾਂ ਕਾਂਗਰਸ ਪਾਰਟੀ ਨਾ ਹੀ ਆਮ ਆਦਮੀ ਪਾਰਟੀ ਇਹਦੇ ਬਾਰੇ ਬੋਲਣ ਜੋਗੇ ਨਹੀਂ ਹੈਗੇ। ਇਹਨਾਂ ਨੇ ਆਪਣੇ ਮੈਨੀਫੈਸਟੋ ਦੇ ਵਿੱਚ ਇਹੋ ਜਿਹੀਆਂ ਗੱਲਾਂ ਲਿਖੀਆਂ ਅੱਜ। ਹਾਂ, ਇਸ ਕਰਕੇ ਸਿਆਸੀ ਗੇਮਾਂ ਖੇਡਣ ਦੀ ਕੋਸ਼ਿਸ਼ ਕਰ ਰਹੇ ਨੇ, ਨਾ ਕਰਨ। ਜੀ ਕਿਸਾਨ ਸਾਡੇ ਆਪਣੇ ਭਰਾ ਨੇ, ਅਸੀਂ ਉਹਨਾਂ ਨਾਲ ਗੱਲ ਕਰਦੇ ਪਏ ਆ, ਉਹਨਾਂ ਦੇ ਮਸਲੇ ਹੱਲ ਹੋਣਗੇ, ਹੱਲ ਵਾਲੇ ਪਾਸੇ ਵਧੇ ਹੋਏ ਆ। ਇਹ ਆਪਣੀ ਸਿਆਸਤ ਦਾ ਆਪੇ ਕੋਲ ਰੱਖਣ, ਕਾਂਗਰਸ ਪਾਰਟੀ, ਆਮ ਆਦਮੀ ਪਾਰਟੀ। ਪਲੀਜ਼ ਆਪਣੇ ਬਹੁਤ ਧੰਨਵਾਦ। ਜੀ ਜਿਹੜੀ 4 ਜਨਵਰੀ ਦੀ ਮੀਟਿੰਗ ਹੈ, ਉਸ ਮੀਟਿੰਗ ਦੇ ਵਿੱਚ ਕੇਂਦਰ ਨੂੰ ਜਿਹੜਾ ਤਿੰਨੇ ਖੇਤੀ ਕਾਨੂੰਨਾਂ ਬਾਰੇ ਠੋਸ ਏਜੰਡਾ ਲੈ ਕੇ ਆਉਣਾ ਚਾਹੀਦਾ ਤਾਂ ਕਿ ਕੋਈ ਗੱਲ ਸਿਰੇ ਲੱਗੇ। 2 ਲਾਈਨਾਂ ਦਾ ਕਮੈਂਟਸ ਕਿਵੇਂ ਸੋਚਦੇ ਹੋ? ਬਿਲਕੁਲ ਜੀ, ਬਹੁਤ ਸੌਖਾ ਹੋਊਗਾ। ਸਰਕਾਰ ਸਵੇਰੇ ਕਮਿਟ ਕਰੇ ਕਿ ਅਸੀਂ ਖੇਤੀ ਦੇ 3 ਕਾਨੂੰਨ ਵਾਪਸ ਲੈ ਲੈਣਾ ਤੇ ਜਿਹੜੇ MSP ਦੇ ਕਾਨੂੰਨ ਲੈ ਕੇ ਆਉਣਾ, ਉਹਦਾ ਏਜੰਡਾ ਤੈਅ ਕਰਕੇ ਤੁਹਾਡੇ ਨਾਲ ਗੱਲ ਕਰਾਂਗੇ ਤੇ ਬਹੁਤ ਪੋਜ਼ਿਟਿਵ ਹੋਊਗੀ ਗੱਲ। ਓਕੇ ਜੀ, ਥੈਂਕ ਯੂ ਵੈਰੀ ਮਚ। ਗਰਗ ਸਾਹਿਬ, ਲਾਸਟ ਕਮੈਂਟ, ਜਿਹੜੀ 4 ਜਨਵਰੀ ਦੀ ਮੀਟਿੰਗ ਹੈ, ਉਹ ਤਿੰਨੇ ਖੇਤੀ ਕਾਨੂੰਨਾਂ ਦੇ ਤੇ MSP ਦੇ ਮੁੱਦੇ ਤੇ ਠੋਸ ਏਜੰਡੇ ਦੇ ਨਾਲ ਜਿਹੜਾ ਕਿ ਸਰਕਾਰ ਨੂੰ ਆਉਣਾ ਚਾਹੀਦਾ। ਮੀਟਿੰਗ ਕਿਵੇਂ ਦੇਖਦੇ ਹੋ ਇਸ ਮਾਮਲੇ ਨੂੰ? 2 ਲਾਈਨਾਂ ਦਾ ਕਮੈਂਟਸ ਕਰ। ਦੇਖੋ ਸਿੱਧੂ ਸਾਹਿਬ, ਮੈਨੂੰ 4 ਤਰੀਕ ਦਾ ਤਾਂ ਨਹੀਂ ਪਤਾ, ਪਰ ਮੈਨੂੰ ਇਹ ਪਤਾ ਹੈ ਇਹ ਜਿਹੜਾ ਅੰਦੋਲਨ ਹੈਗਾ ਇਹ ਮੁਕਾਮ ਤੇ ਪਹੁੰਚਣਾ ਹੀ ਪਹੁੰਚਣਾ ਹੈ, ਕਿਉਂਕਿ ਇਸ ਅੰਦੋਲਨ ਨੇ ਸਰਕਾਰ ਦੇ ਨੱਕ ਦੇ ਵਿੱਚ ਦਮ ਕਰਤਾ ਆ। ਔਰ ਲੋਕ ਯਾਦ ਰੱਖਣਗੇ, ਜਦੋਂ ਹਿੰਦੁਸਤਾਨ ਨੂੰ ਆਰਥਿਕ ਗੁਲਾਮੀ ਵੱਲ ਧੱਕਿਆ ਜਾ ਰਿਹਾ ਸੀ ਤਾਂ ਉਦੋਂ ਪੰਜਾਬ ਨੇ ਇੱਕ ਵਾਰ ਫਿਰ ਮੁਲਕ ਦੀ ਅਗਵਾਈ ਕੀਤੀ। ਥੈਂਕ ਯੂ ਗਰਗ ਸਾਹਿਬ। ਆਪਣੇ ਕੋਲ ਸਮਾਂ ਨਹੀਂ। ਸਵੈ ਜੀ, 4 ਜਨਵਰੀ ਦੀ ਮੀਟਿੰਗ, ਕੇਂਦਰ ਨੂੰ ਚਾਹੀਦਾ ਹੈ ਕਿ ਮਾਮਲਾ ਨਿਪਟਾਇਆ ਜਾਵੇ ਠੋਸ ਏਜੰਡੇ ਨਾਲ। ਸਰ, ਉਮੀਦ ਤੇ ਸੰਸਾਰ ਜਿੰਦਾ ਹੈ ਤੇ ਅਸੀਂ ਉਮੀਦ ਕਰਦੇ ਹਾਂ ਕਿ ਮੋਦੀ ਜੀ ਦੇਸ਼ ਬਾਰੇ ਸੋਚਣਗੇ, ਸਾਡੇ ਅੰਨਦਾਤਾ ਕਿਸਾਨਾਂ ਬਾਰੇ ਸੋਚਣਗੇ ਤੇ ਇਹ ਕਾਨੂੰਨ ਵਾਪਸ ਲੈ ਲੈਣਗੇ। ਜੀ ਥੈਂਕ ਯੂ। ਇਸ ਉਮੀਦ ਦਾ ਜਵਾਬ ਢਿੱਲੋਂ ਸਾਹਿਬ ਤੋਂ ਲਵਾਂਗੇ। ਜੀ ਢਿੱਲੋਂ ਸਾਹਿਬ, ਬੜੀਆਂ ਉਮੀਦਾਂ ਕੀਤੀਆਂ ਜਾ ਰਹੀਆਂ ਜੇ ਦੂਜੇ 2 ਖੇਤੀ ਮਾਮਲੇ ਜਿਹੜੇ ਨਿਪਟਾਏ ਗਏ ਆ, ਬਾਕੀ ਰਹਿੰਦੇ ਮਾਮਲੇ ਵੀ ਨਿਪਟਾਏ ਜਾਣੇ ਚਾਹੀਦੇ ਆ। ਸਾਰੇ ਸੋਚਣ ਚਾਹੁੰਦੇ ਆ ਕਿ ਇਸ ਮਾਮਲੇ ਦਾ ਹੁਣ ਅੰਤ ਹੋਣਾ ਚਾਹੀਦਾ ਹੈ। ਸੁਖੀ ਸਾਂਦੀ ਕਿਸਾਨ ਘਰਾਂ ਜਾਣ। ਬਿਲਕੁਲ, ਸਾਡੀ ਵੀ ਇਹੋ ਇੱਛਾ। ਪ੍ਰਮਾਤਮਾ ਅੱਗੇ ਅਰਦਾਸ ਕਰਦੇ ਕਿਸਾਨ ਸੁਖੀ ਸਾਂਦੀ ਘਰਾਂ ਨੂੰ ਜਾਣ। ਜਿਹੜੇ ਕਿਸਾਨਾਂ ਦੀ ਵਿਚਾਰਿਆਂ ਦੀ ਮੌਤ ਹੋ ਗਈ ਆ, ਉਹਦਾ ਸਾਨੂੰ ਦਿਲੋਂ ਦੁੱਖ ਹੈ।
ਸਾਡੇ ਆਪਣੇ ਪਰਿਵਾਰ ਦੇ ਬੱਚੇ ਸਨ। ਮੇਰੇ ਇੱਕ ਦੋਸਤ ਦਾ ਭਾਣਜਾ ਵੀ ਉਹਦੇ ਚ ਵਿਚਾਰਾ ਐਕਸੀਡੈਂਟ ਦੇ ਵਿੱਚ ਮਾਰਿਆ ਗਿਆ। ਮੈਂ ਤਾਂ ਉਹਦੇ ਘਰ ਜਾ ਕੇ ਆਇਆ। ਸਾਡੇ ਵੀ ਦਿਲ ਦੁਖਦੇ ਨੇ, ਸਾਡੇ ਆਪਣੇ ਪਰਿਵਾਰ ਨੇ, ਇਹੋ ਜੀ ਗੱਲ ਨਹੀਂ ਹੈ। ਲੇਕਿਨ ਠੀਕ ਹੈ, ਜੇ ਮਸਲੇ ਹੱਲ ਹੋਣੇ ਚਾਹੀਦੇ ਨੇ ਹੋ ਜਾਣਗੇ। ਸਰਕਾਰ ਨੇ ਵੀ ਜੇ ਇੱਕ ਕਦਮ ਅੱਗੇ ਵਧਾਇਆ ਤੇ ਕਿਸਾਨ ਜਥੇਬੰਦੀਆਂ ਵੀ ਇੱਕ ਕਦਮ ਅੱਗੇ ਵਧਾਉਣ। ਇਹਦਾ ਵਿੱਚ ਦਾ ਰਾਹ ਕੱਢ ਕੇ ਇਹ ਰੇੜਕਾ ਖਤਮ ਕਰਨਾ ਚਾਹੀਦਾ ਹੈ। ਇਹੋ ਅਰਦਾਸ ਕਰਦੇ ਆ, ਪ੍ਰਮਾਤਮਾ ਸਭ ਨੂੰ ਤੰਦਰੁਸਤੀ ਬਖਸ਼ੇ। ਨਵਾਂ ਸਾਲ 2021 ਆਉਣ ਵਾਲਾ, ਉਹਦੇ ਵਿੱਚ ਇਹ ਚੰਗੇ ਚੰਗੇ ਖੁਸ਼ੀ ਅਸੀਂ ਸਾਰੇ ਤਰੱਕੀ ਵਾਲੇ ਪਾਸੇ ਵਧੀਏ। ਨਵੇਂ ਸਾਲ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ। ਸਭ ਨੂੰ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ। ਮਿਹਰਬਾਨੀ, ਪਰਮਾਤਮਾ ਮਿਹਰ ਕਰੇ। ਮਿਹਰਬਾਨੀ। ਮੈਂ ਕਿਸਾਨ ਨੇਤਾ ਪੰਧੇਰ ਸਾਹਿਬ, ਕਾਂਗਰਸ ਪਾਰਟੀ ਦੇ ਬੁਲਾਰੇ ਸਵੈਜ ਜੀ, ਆਮ ਆਦਮੀ ਪਾਰਟੀ ਦੇ ਬੁਲਾਰੇ ਨੀਲ ਗਰਗ ਜੀ, ਇਸੇ ਤਰੀਕੇ ਨਾਲ ਭਾਜਪਾ ਦੇ ਬੁਲਾਰੇ ਢਿੱਲੋਂ ਸਾਹਿਬ, ਸਾਰੇ ਮਹਿਮਾਨਾਂ ਦਾ ਧੰਨਵਾਦੀ ਹਾਂ। ਬਹੁਤ ਵੱਡਾ ਮੁੱਦਾ ਹੈ, ਇਹਦੇ ਤੇ ਰਾਏ ਵੱਖਰੋ ਵੱਖਰੀ ਹੋਣੀ ਸੁਭਾਵਿਕ ਹੈ, ਪਰ ਇੱਕ ਗੱਲ ਤੇ ਸਭ ਦੀ ਸਹਿਮਤੀ ਹੈ ਕਿ ਕਿਸਾਨ ਅੰਦੋਲਨ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਹੈ ਉਹਨਾਂ ਨੂੰ ਮੰਨ ਕੇ ਉਹਨਾਂ ਦਾ ਵਾਜਬ ਨਿਪਟਾਰਾ ਹੋਣਾ ਚਾਹੀਦਾ ਹੈ, ਕਿਉਂਕਿ ਲੰਬੇ ਸਮੇਂ ਤੋਂ ਕਿਸਾਨ ਇਸ ਅੰਦੋਲਨ ਤੇ ਸੰਘਰਸ਼ ਦੇ ਰਾਹ ਤੇ ਪਏ ਹੋਏ ਹੈ। ਘੱਟੋ ਘੱਟ ਜਿਹੜੀ ਆ ਰਹੀ 4 ਜਨਵਰੀ ਦੀ ਮੀਟਿੰਗ ਹੈ ਉਸ ਤੋਂ ਅੱਗੇ ਇਸ ਮਾਮਲੇ ਨੂੰ ਨਾ ਨਿਪਟਾਇਆ ਜਾਵੇ ਤੇ ਇਸ ਮਾਮਲੇ ਦਾ ਹੱਲ ਨਿਕਲ ਸਕੇ, ਤਾਂ ਕਿ ਜਿੱਦਾਂ ਸਾਰੇ ਕਹਿ ਰਹੇ ਹੈ, ਅਰਦਾਸ ਕਰ ਰਹੇ ਹੈ ਕਿ ਖੁਸ਼ੀ ਕਿਸਾਨ ਆਪਣੇ ਘਰਾਂ ਨੂੰ ਵਾਪਸ ਜਾਣ। ਨਵਾਂ ਸਾਲ ਤਾਂ ਸਰਹੱਦ ਤੇ ਮਨਾ ਹੀ ਰਹੇ ਦਿੱਲੀ ਦੀ, ਤੇ ਅਗਲੇ ਦਿਨਾਂ ਦੇ ਵਿੱਚ ਲੋਹੜੀ ਆਉਣ ਵਾਲੀ ਹੈ, ਫਿਰ ਗਣਤੰਤਰ ਦਿਵਸ ਹੈ। ਘੱਟੋ ਘੱਟ ਇਹੋ ਜਿਹੇ ਮੌਕਿਆਂ ਤੇ ਕਿਸਾਨ ਆਪਣੇ ਪਰਿਵਾਰਾਂ 'ਚ ਹੋਣੇ ਚਾਹੀਦੇ ਆ। ਇੱਕ ਵਾਰ ਮੈਂ ਮੁੜ ਕੇ ਆਪਣੇ ਮਹਿਮਾਨਾਂ ਦਾ ਤੁਹਾਡੇ ਸਾਰਿਆਂ ਵੱਲੋਂ ਬਹੁਤ ਬਹੁਤ ਧੰਨਵਾਦੀ ਹਾਂ। ਇਸ ਦੇ ਨਾਲ ਹੀ ਤੁਹਾਡੇ ਕੋਲੋਂ ਵੀ ਲਵਾਂਗਾ ਇਜਾਜ਼ਤ। ਸਤਿ ਸ੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।